ਦਿਓ ਅੱਖਾਂ ਨੂੰ ਆਰਾਮ ਤੇ ਕੰਨਾਂ ਨੂੰ ਸਕੂਨ। ਵਿਰਾਸਤ ਤੇ ਤੁਸੀਂ ਮਾਣ ਰਹੇ ਹੋ। ਗੁਰਪ੍ਰੀਤ ਸਹਿਜੀ ਦੀ ਕਹਾਣੀ ਅਰਦਾਸ ਤੇ ਆਵਾਜ਼ ਹੈ ਸਿਮਰਨ ਅਕਸ ਦੀ। ਅੱਜ ਬੰਤੇ ਧੂਸ਼ ਦਾ ਭੋਗ ਪੈ ਰਿਹਾ। ਜਦੋਂ ਬੇਪੇ ਸੋਟੀ ਕੰਧ ਦੇ ਨਾਲ ਲੰਮੀ ਪਾ ਕੇ ਕੋਲ ਬੈਠੀ ਸੀਤੋ ਦੇ ਮੋਢੇ ਦਾ ਸਹਾਰਾ ਲੈ ਕੇ ਬਹਿਣ ਲੱਗੀ ਤਾਂ ਐਨਕ ਦੇ ਮੋਟੇ ਸ਼ੀਸ਼ਿਆਂ ਵਿੱਚੋਂ ਦੀ ਸ਼ਰੀਕੇ 'ਚ ਝਾਟਾ ਖਲਾਰੀ ਬੈਠੀ ਸ਼ਿੰਦਰ ਵੱਲ ਕੌੜ ਕੇ ਵੇਖਿਆ ਤੇ ਬੋਲੀ, ਦਫੇ ਹੋਣੀ ਮੱਚਣੀ, ਨੀ ਵੇਖ ਕੀ ਵਿੱਢ ਬਣਾਈ ਬੈਠੀ ਐ। ਬੇਵਾ ਹੋਣ ਦਾ ਕਿੱਡਾ ਚਾਅ ਚੜਿਆ ਹੈ। ਝਾਟਾ ਤੇ ਚੰਗੂ ਖੋਲ ਲੈ। ਦੰਦਾਂ ਦੀ ਬੀੜ ਨੂੰ ਬੋਚ ਕੇ ਬੁੱਲ ਟੇਰਦੀ ਹੋਈ ਗੋਡਿਆਂ ਦੇ ਜੋੜ ਦੁਖਦੇ ਹੋਣ ਕਰਕੇ ਚੌਂਕੜੀ ਦੀ ਥਾਂ ਪਥੱਲਾ ਮਾਰ ਕੇ ਬੈਠ ਗਈ। ਪੜੱਪੇ 'ਚ ਨੂੰਹ ਦੀ ਥਾਂ ਲੱਗਦੀ ਸੀਤੋ ਨੇ ਆਪਣੀ ਚੁੰਨੀ ਦੇ ਦੋਵੇਂ ਲੜ ਹੱਥ 'ਚ ਫੜ ਕੇ ਬੇਬੇ ਦੇ ਪੈਰੀ ਹੱਥ ਲਾਏ ਤੇ ਲੰਮੀ ਅਸੀਸ ਲੈ ਕੇ ਬੋਲੀ, ਅੰਮਾ ਜੀ, ਬੰਦੇ ਦਾ ਡਾਢੇ ਮੂਹਰੇ ਕੀ ਜ਼ੋਰ, ਭਾਣਾ ਮੰਨਣਾ ਹੀ ਪੈਣਾ। ਮੈਂ ਕਦੋਂ ਆਨੀ ਆ ਵੀ ਡਾਂਗ ਲੈ ਕੇ ਰੱਬ ਦਾ ਸਿਰ ਪਾੜ ਦੇ। ਬੇਬੇ ਨੇ ਮੂੰਹ 'ਚੋਂ ਡਿੱਗਦੇ ਦੰਦਾਂ ਦੀ ਬੀੜ ਜਬਾੜੇ ਨਾਲ ਘੁੱਟ ਕੇ ਮਸਾਂ ਬੋਚੀ ਤੇ ਸਹੀ ਟਿਕਾਣੇ ਸਿਰ ਕਰਕੇ ਬੋਲੀ, ਜੋ ਆਪਦੇ ਵੱਸ ਐ, ਜਿੱਥੇ ਜ਼ੋਰ ਐ ਉੱਥੇ ਤਾਂ ਲਾਉਣਾ ਚਾਹੀਦਾ ਐ। ਖਸਮ ਮਰਿਆ, ਕਿਤੇ ਮਾੜੀ ਤੀੜੀ ਗੱਲ ਐ। ਨਾ ਹੇਜ ਨਹੀਂ ਆਉਂਦਾ ਇਹਨੂੰ। ਮਾੜੀ ਮੋਟੀ ਰੋ ਪਿੱਟ ਲੈ, ਵੇਖਣ ਵਾਲੇ ਨੂੰ ਹੀ ਅਗਲਾ ਸੋਹਣਾ ਲੱਗਦਾ ਬਸ। ਆਹੋ, ਇਹ ਤਾਂ ਹੈ ਫਿਰ ਅੰਮਾ ਜੀ। ਹੋਰ? ਮਧਰੇ ਕੱਦ ਦੀ ਸੀਤੋ ਨੇ ਧੌਣ ਲੰਮੀ ਕਰਕੇ ਸਾਰਿਆਂ ਦੇ ਸਿਰਾਂ ਉੱਤੋਂ ਦੀ ਥੰਮਲੇ ਨਾਲ ਢੋ ਲਾ ਕੇ ਬੈਠੀ ਸ਼ਿੰਦਰ ਵੱਲ ਇੱਕ ਅੱਖ ਮੀਚ ਕੇ ਵੇਖਿਆ ਤੇ ਬੋਲੀ, ਸ਼ਰਮ ਲੱਥੀ ਪਈ ਐ ਵੇਖਾਂ। ਜਿਹਨੂੰ ਕੋਈ ਰੋਣ ਵਾਲਾ ਨਾ ਹੋਵੇ ਉਹਦਾ ਕਾਹਦਾ ਮਰਨਾ। ਜੀ ਦੀ ਗਤੀ ਨਹੀਂ ਹੁੰਦੀ, ਦੱਸਾਂ ਤੈਨੂੰ ਮੈਂ। ਬੇਬੇ ਨੇ ਖੱਬੇ ਪਾਸੇ ਬਾਂਹ ਦੇ ਸਹਾਰੇ ਨਾਲ ਝੁੱਕ ਕੇ ਸੀਤੋ ਦੇ ਕੰਨ 'ਚ ਰਚਕ ਰਲਾਈ ਤੇ ਫੇਰ ਆਪਦਾ ਕੰਨ ਉਹਦੇ ਮੂੰਹ ਕੋਲ ਕਰ ਦਿੱਤਾ। ਐਂ ਵੀ ਕੁਛ ਹੁੰਦਾ? ਲੈ, ਹੋਰ ਹੁੰਦਾ ਨਹੀਂ? ਜੇ ਮਰਿਆ ਨੂੰ ਕਈ ਰੋਵੇ ਤਾਂ ਹੀ ਫੇਰ ਰੱਬ ਦੇ ਕਾਲਜੇ ਪਾਪਾ ਪੁੰਨਾਂ ਦਾ ਹਿਸਾਬ ਕਰਨ ਵੇਲੇ ਨਰਮਾਈ ਪੈਂਦੀ ਐ। ਰੋਇਆਂ ਹੀ ਰੱਬ ਦਾ ਹੱਠ ਪੋਲਾ ਪੈਂਦਾ। ਬੇਬੇ ਨੇ ਚੂੜੀਆਂ ਨਾਲ ਗੁੰਦੀ ਛਾਤੀ ਥਾਪੀ। ਇਹਨੇ ਤਾਂ ਵਿਚਾਰੇ ਦਾ ਮਰਨਾ ਹੀ ਰੋਲਤਾ। ਹੋਰ? ਕਿੰਨੇ ਚਿਰ ਤੋਂ ਦੋਵਾਂ ਦੀ ਚੁੰਝ ਕਥਾ ਸੁਣੀ ਜਾਂਦੀ। ਤਾਰੋ ਵੀ ਆਪਦੇ ਬੁੱਲ੍ਹਾਂ ਤੇ ਚੁੰਨੀ ਦਾ ਪੱਲਾ ਧਰ ਕੇ ਬੋਲੀ, ਤੁਹਾਨੂੰ ਕੀ ਪਤਾ ਭੈਣੇ, ਸਾਡੀ ਤਾਂ ਕੰਧ ਸਾਂਝੀ ਐ। ਜਿਉਂਦੇ ਜੀ ਊਂ ਵੀ ਕਿਹੜਾ ਉਹਨੇ ਘੱਟ ਰਵਾਇਆ ਐ, ਜਿਹੜੀ ਕਸਰ ਪੂਰੀ ਕਰਨ ਲਈ ਹੁਣ ਸੁੱਖੀ ਸਾਂਦੀ ਰੋਵੇ ਹੈ। ਸਾਰੀ ਉਮਰ ਤਪਾਈ ਰੱਖਿਆ। ਦਾਰੂ ਪੀ ਕੇ ਨਿੱਤ ਠੁੱਡੀ ਢਹਿ ਪੈਂਦਾ ਸੀਗਾ। ਚੁੰਨੀ ਲਥਾ ਕੇ ਵੇਖੀ, 2.5 ਜੂੰਡੇ ਨਹੀਂ ਛੱਡੇ ਉਹਦੇ ਸਿਰ 'ਚ। ਝਾਟਾ ਕਾਹਦਾ ਖੋਲ ਕੇ ਪਿੱਟੇ ਹੈ। ਹੁਣ ਵੇਖੀ ਕਿਵੇਂ ਚਾਹ ਪੂਰਦੀ ਅਗਲੀ। ਫੇਰ ਉਹ ਚੁੱਪ ਕਰਕੇ ਬੈਠ ਗਈਆਂ। ਲਿਖੀ ਭੋਗਣੀ ਪੈਂਦੀ ਐ। ਕੋਈ ਤੀਵੀਂ ਤਾਂ ਖਸਮ ਦੇ ਹੁੰਦੇ ਸੁੰਦੇ ਰੰਡ ਭੋਗਦੀ ਐ ਤੇ ਰੰਡੀ ਹੋ ਕੇ ਵਸਦੀ ਐ। ਫੇਰ ਸੀਤੋ ਨੇ ਕੋਲ ਬੈਠੀ ਤਾਰੋ ਦੇ ਜੈਂਪਰ ਦਾ ਲੀੜਾ ਹੱਥ ਦੀ ਚੂੰਡੀ 'ਚ ਮਲ ਕੇ ਨਿਰਖ ਕਰਕੇ ਹੌਲੇ ਬੋਲ 'ਚ ਪੁੱਛਿਆ, ਭੈਣੇ, ਆਹ ਕੀ ਸਵਾ ਪਿਆ ਲੀੜਾ ਭਲਾ? ਹੇ, ਤਾਰੋ ਨੇ ਜੈਂਪਰ ਦੇ ਵੱਲ ਕੱਢੇ ਤੇ ਉੱਤੇ ਪੋਲਾ ਜਿਹਾ ਹੱਥ ਫੇਰਿਆ ਤੇ ਨਗੋਚ ਨਾਲ ਬੋਲੀ, 27-20 ਹੱਥ ਪਿਆ। ਕਢਾਈ ਬਲਾ ਮਹਿੰਗੀ ਪਈ ਐ ਇਹਦੀ। ਅਹਾਂ, ਤਾਂ ਹੀ। ਹੈਰਾਨੀ 'ਚ ਮੂੰਹ ਅੱਡ ਕੇ ਤੇ ਉੱਤੇ ਹੱਥ ਧਰਿਆ ਤੇ ਸਮਾਇਆ ਕੀ ਤੂੰ ਫਿਰ? ਮੁਕਤਸਰੋਂ? ਵੇਖੀ ਨਾ, ਟੇਸਣ ਕੋਲੋਂ ਬਾਵਾ ਉੱਚੀ ਜੀ ਦੁਕਾਨ ਐ। ਇੱਥੇ ਤਾਂ ਨਪੁੱਤੀ ਦੇ ਊਂ ਹੀ ਲੀੜਾ ਖਾਰ ਕੇ ਧਰ ਦਿੰਦੇ ਐ। ਤਾਰੋ ਨੇ ਨੱਕ ਵਿੰਗਾ ਕੀਤਾ। ਜਦੋਂ ਵੀ ਕੋਈ ਬੁੜੀ ਅਰਦਾਸ ਦੇ ਪੰਡਾਲ 'ਚ ਆ ਕੇ ਬੈਠਦੀ ਤਾਂ ਖੁੰਝ 'ਚ ਪਈ ਪੱਲੀ ਤੇ ਲੱਗੀ ਦਾਣਿਆਂ ਦੀ ਢੇਰੀ ਤੇ ਹੱਥ ਫੜੀ ਹੋਈ ਥਾਲੀ ਤੋਂ ਪੌਣਾ ਲਾ ਕੇ ਘਰੋਂ ਲਿਆਂਦੀ ਲੱਪ ਬੁੱਕ ਕਣਕ ਢੇਰੀ ਕਰਕੇ ਫੋਕਾ ਮੱਥਾ ਟੇਕ ਕੇ ਬੈਠ ਜਾਂਦੀ। ਥਾਲੀ ਵਿੱਚ ਖੀਰ ਕੜਾਹ ਪਵਾ ਕੇ ਘਰ ਲਿਜਾਣ ਦੀ ਵਿੱਢ ਹੁੰਦੀ ਸੀ। ਗ੍ਰੰਥੀ ਦੀ ਇੱਕ ਅੱਖ ਲੱਪ-ਲੱਪ ਵੱਡੀ ਹੁੰਦੀ ਇਸ ਢੇਰੀ ਤੇ ਗੱਡੀ ਹੁੰਦੀ ਸੀ ਤੇ ਦੂਜੀ ਅੱਖ ਬਾਣੀ ਦੇ ਵਾਚੇ ਜਾਂਦੇ ਪੱਤਰਿਆਂ ਦੇ ਵੱਲ। ਗ੍ਰੰਥੀ ਚਿੱਤ 'ਚ ਲੱਖਣ ਲਾਈ ਗਿਆ, ਐਸ ਦਾਣਿਆਂ ਨਾਲ 4 ਮਹੀਨੇ ਤਾਂ ਆਰਾਮਦਾਰੀ ਨਾਲ ਟੱਪ ਹੀ ਜਾਣੇ ਆ। ਹੋਊਗੀ 1.25 ਕੁ ਮਣ ਤਾਂ, ਜੇ ਬਾਲੀ ਨਹੀਂ ਤਾਂ। ਬਰਕੈਣ ਦੀ ਦਸਾਂਗ ਨਾਲ ਉੱਚਾ ਕਰਕੇ ਬੰਨਿਆ ਜੰਗਾਲ ਖਾਧਾ ਸਪੀਕਰ ਪੂਰਾ ਹੀ ਟਣ ਕਰਿਆ ਸੀ।
ਉਹਦੀ ਤਿੱਖੀ ਤੇਜ਼ ਆਵਾਜ਼ ਸਾਰੀ ਹਵਾ ਨੂੰ ਬਾਣੀ ਨਾਲ ਨਸ਼ਿਆ ਰਹੀ ਸੀ। ਜਦੋਂ ਪਾਠੀ ਨੇ ਅਗਲਾ ਮਹੱਲਾ ਪੜ੍ਹਨਾ ਸ਼ੁਰੂ ਕੀਤਾ ਤਾਂ ਘਰ ਦੇ ਵਿਹੜੇ ਵਿੱਚ ਡੱਥੇ ਮੰਜੇ ਦੇ ਪਾਵੇ ਦੀ ਓਟ ਨਾਲ ਤਿਰਛੀ ਕਰਕੇ ਰੱਖੀ ਸ਼ੀਸ਼ੇ ਦੀ ਫਾਕੜ 'ਚ ਵੇਖ ਕੇ ਖੜ ਕੇ ਪੱਗ ਬੰਨ੍ਹਦਾ ਹੋਇਆ ਬਾਦਸ਼ਾਹ ਥਾਈਂ ਹੱਥ ਮਲ ਗਿਆ ਤੇ ਚੰਗੀ ਤਰ੍ਹਾਂ ਪੰਗਤੀ ਸੁਣ ਕੇ ਟੇਵਾ ਲਾਇਆ ਕਿ ਪਾਠ ਬਾਕੀ ਕਿੰਨਾ ਕੁ ਰਹਿ ਗਿਆ ਭਲਾ, ਤੇ ਆਪਦੇ ਨਾਲ ਹੀ ਗੱਲਾਂ ਕਰੀ ਜਾਵੇ। ਮਨਾ 12-13 ਕੁ ਮਿੰਟ ਲੱਗਣਗੇ ਈ, ਅਗੇਤਾ ਜਾ ਕੇ ਵੀ ਬਹਿਣ ਦਾ ਫਾਇਦਾ ਨਹੀਂ, ਹੱਡਾਂ ਦੇ ਜੋੜ ਦੁਖਣ ਲੱਗ ਪੈਂਦੇ ਆ, ਸ਼ੌਰੀ ਦੇਣੇ ਪਾਸਾ ਹੀ ਸੌਂ ਜਾਂਦਾ ਬਸ। ਫੇਰ ਕਾਹਲੀ ਨਾਲ ਪੱਗ ਦਾ ਅਖੀਰੀ ਲੜ ਕੰਨ ਦੀ ਜੜ ਕੋਲ ਤੁੰਨ ਕੇ ਗਲੀ ਵਿੱਚ ਠਿੱਬੇ ਛਿੱਤਰਾਂ ਦੀ ਪਟਾਸ ਚਲਾਉਂਦਾ ਹੋਇਆ ਸਿੱਧਾ ਹੀ ਬੂਟੇ ਕੇ ਘਰ ਜਾ ਖੜਿਆ। ਕੋਲ ਖੜੇ ਸਕੂਟਰ ਦੇ ਸ਼ੀਸ਼ੇ 'ਚ ਪੱਗ ਦਾ ਲੜ ਠੀਕ ਕਰਕੇ ਲਾਉਂਦੇ ਹੋਏ ਬੋਲ ਮਾਰਿਆ, ਓਏ ਬੂਟ, ਓ ਬੂਟਿਆ, ਆਖਾ ਸੁਣਦਾ ਹੈ? ਮੂੰਹ ਮੱਥੇ ਦਾ ਮਲਾਜ਼ਾ ਹੀ ਹੁੰਦਾ, ਐਵੇਂ ਬਈ ਪਿੱਛੋਂ ਜਾਣ ਦਾ ਕੀ ਫਾਇਦਾ ਫਿਰ? ਬੂਟੇ ਦੀ ਬਹੂ ਨੇ ਸੱਜੇ ਹੱਥ ਨਾਲ ਮੂੰਹ ਤੇ 1.5 ਕੁ ਹੱਥ ਦਾ ਘੁੰਡ ਕੱਢ ਕੇ ਚੁੰਨੀ ਦੇ ਵਿੱਚ ਦੀ ਤਿੱਖੀ ਅੱਖ ਦੀ ਲਿਸ਼ਕੋਰ ਨਾਲ ਬਾਸ਼ੇ ਦੇ ਵੱਲ ਝਾਕ ਕੇ ਮੋੜਾ ਦਿੱਤਾ। ਉਹ ਤੇ ਭਾਈ ਕਾਰੀ ਚੀਕਰ ਦੇ ਘਰੇ ਗਿਆ, ਨਾਲੇ ਬਾਈ ਸਾਨੂੰ ਮੈਂ ਕਾਈ ਦਵਾਈ, ਚੰਗੀ ਰੈਲੀ ਜੀ ਕਰਾ ਕੇ ਦਵਾ ਦੀ ਹੈ। ਭਾ ਤੇ ਭਾਈ ਲੱਗੀ ਫੱਬੀ ਦਾ ਹੀ ਹੁੰਦਾ, ਉਹ ਵੀ ਮੌਕੇ ਤੇ। ਉਹ ਖੜੇ ਪੈਰੀਂ ਉੱਥੋਂ ਸਪੀਕਰ ਦੀ ਆਵਾਜ਼ ਸੁਣ ਕੇ ਸੇਧ ਘੱਤ ਕੇ ਤੁਰ ਪਿਆ। ਉਹ ਬੌਣੇ ਬੰਦੇ ਦੀ ਭਾਜ ਜਿੰਨਾ ਤੁਰ ਪਿਆ ਵੀ ਖੌਰੇ ਬੂਟਾ ਰਾਹ 'ਚ ਹੀ ਟੱਕਰ ਜਾਵੇ ਤਾਂ ਸਾਰੀ ਵਿਉਂਤ ਘੜ ਲਵੇ, ਪਰ ਨਾ, ਸਾਰੀ ਗਲੀ ਸੁੰਨੀ ਪਈ ਤੀ। ਬੰਤੇ ਧੂਸ਼ ਦੇ ਬੂਹੇ ਅੱਗੇ ਕਿੰਨੇ ਹੀ ਬੰਦਿਆਂ ਦਾ ਇਕੱਠ ਵੱਜਿਆ ਖੜਾ ਸੀ, ਜੋ ਮੱਥਾ ਟੇਕ ਕੇ ਬਾਹਰ ਆ ਕੇ ਗੱਲਾਂ ਕਰਨ ਲੱਗ ਪਏ ਸੀ। ਆਹ ਸਾਲੇ ਮੇਰੇ ਭੁੱਖੜ ਸਾਰੇ ਬੂਥੇ 'ਚ ਲੰਗਰ ਦਾ ਰੁੱਗ ਪਾਉਣ ਹੀ ਆਉਂਦੇ ਆ। ਇੰਨਾ ਚਿੱਤ ਚਾਕ ਕੇ ਬਾਸ਼ੇ ਨੇ ਸਭ ਨੂੰ ਹੱਥ ਬੰਨ੍ਹ ਕੇ ਫਤਿਹ ਬੁਲਾਈ ਤੇ ਜੇਬ 'ਚੋਂ ਪੰਜਾਂ ਦਾ ਢਾਲਾ ਕੱਢ ਕੇ ਪੰਡਾਲ 'ਚ ਤਰਦੀ ਜਿਹੀ ਨਿਗਾਹ ਮਾਰ ਕੇ ਬੂਟੇ ਨੂੰ ਲੱਭਦਾ ਹੋਇਆ ਪਾਠੀ ਦੇ ਅੱਗੇ ਮੱਥਾ ਟੇਕ ਕੇ ਖੜਾ ਹੋ ਗਿਆ। ਦਾੜੀ ਨੂੰ ਖੁਰਚ ਕੇ ਜਦੋਂ ਉਹਨੇ ਆਪਦੇ ਖੱਬੇ ਬੰਨੇ ਸਬਾਤਾਂ ਦੇ ਬੂਹੇ ਵੱਲ ਨੂੰ ਝਾਤ ਮਾਰੀ ਤਾਂ ਬੂਟੇ ਨੇ ਹੱਥ ਵਿੱਚ ਸਾਫਾ ਫੜ ਕੇ ਉੱਚਾ ਕਰਕੇ ਬੈਠੀ ਸੰਗਤ ਦੇ ਸਿਰਾਂ ਉੱਤੋਂ ਦੀ ਲਹਿਰਾ ਦਿੱਤਾ ਤੇ ਉਹ ਲੋਕਾਂ ਵਿੱਚੋਂ ਦੀ ਬੋਚ-ਬੋਚ ਕੇ ਪੱਬ ਧਰਦਾ, ਮੋਢਿਆਂ ਦਾ ਸਹਾਰਾ ਲੈਂਦਾ ਹੋਇਆ, ਤੁਰਦਾ ਹੋਇਆ ਉਹਦੇ ਕੋਲ ਫਸ ਕੇ ਬਹਿ ਗਿਆ। ਉਹ ਬਈ ਮਾਰੀ ਮਾੜਾ ਜਿਹਾ ਪਾਸਾ ਇੱਧਰ ਨੂੰ, ਅੱਜ ਬਈ ਮੱਖ ਚੋਈ ਦੇਣਾ, ਬਹੁਤ ਦਿਨ ਹੋ ਗਏ ਸਾਫੇ ਨਾਲ ਨੱਕ ਮੂੰਹ ਵਲੇਟੀ ਫਿਰਦੇ ਨੂੰ। ਬੂਟੇ ਨੇ ਖੁਸ਼ਕੀ ਦੇ ਨਾਲ ਠੋਕ ਕੇ ਬਾਸ਼ੇ ਨੂੰ ਹਦਾਇਤ ਦਿੱਤੀ, ਜੋ ਕਈ ਦਿਨਾਂ ਤੋਂ ਮੈਂ ਦਵਾਉਣ ਦੀ ਵਿੱਢ ਬਣਾਈ ਬੈਠਾ ਸੀ, ਪਰ ਕਿਸੇ ਹੀਲੇ ਸੌਦਾ ਨੇਪਰੇ ਨਹੀਂ ਸੀ ਚੜ੍ਹਦਾ। ਉਹ ਭੈਣ ਦਣੀ ਦੀ ਕੁਲਫੀ ਥੋੜ੍ਹਾ ਹੈ ਵੀ ਜਿਹੜੀ ਰੇਹੜੀ ਤੋਂ ਚੱਕੋ ਤੇ ਖਾ ਲੋ, ਅਗਲਾ 100 ਨਿੰਦ ਵਿਚਾਰ ਕਰਦਾ। ਐਨੇ ਹੀ ਫੁੰਮਣ ਵੀ ਉਹਨਾਂ ਨੂੰ ਮੱਥਾ ਟੇਕਣ ਦੇ ਲਈ ਜਾਂਦਾ ਵਿਖਾਈ ਦਿੱਤਾ ਤਾਂ ਬਾਸ਼ੇ ਨੇ ਝੱਟ ਹੀ ਆਪਦੇ ਬੋਝੇ ਵਿੱਚੋਂ ਫੋਨ ਕੱਢ ਲਿਆ ਤੇ ਕਾਲ ਕੀਤੀ। ਏ ਵਾਪਾਰ ਵਿਰਲਾ ਵਾਪਾਰੈ, ਨਾਨਕ ਤਾਕੈ ਸਦ ਬਲਿਹਾਰੈ। ਗੁਰੂ ਗ੍ਰੰਥ ਸਾਹਿਬ ਅੱਗੇ ਫੁੰਮਣ ਨੇ ਦੋਵੇਂ ਗੋਡੇ ਟੇਕ ਕੇ ਸੀਸ ਝੁਕਾਇਆ ਤੇ ਅੱਜ ਦੇ ਸੌਦੇ ਲਈ ਖੈਰ ਮੰਗੀ। ਹੇ ਸੱਚੇ ਪਾਤਸ਼ਾਹ, ਅੱਜ ਵਟਾ ਦੀ 4 ਛਿੱਲੜ ਨਮਾਣੇ ਨੂੰ, ਹੋ ਸਭ ਤੇਰੀ ਕਿਰਪਾ, ਹੱਕ ਨਾ ਰੱਖੀ ਮੇਰਾ। ਬੋਲ ਕੇ ਕੀ ਦੱਸਾਂ ਹੁਣ ਤੈਨੂੰ, ਹੋ ਤੂੰ ਤਾਂ ਸਭ ਜਾਣੀ ਜਾਣਿਆ ਮਾਲਕਾ। ਤੇ ਜਦੋਂ ਨੱਕ ਪੁੰਜੇ ਲਾਉਣ ਲੱਗਿਆ ਤਾਂ ਉਹਦੇ ਫੋਨ ਨੇ ਜੇਬ 'ਚ ਕੰਬਣੀ ਛੇੜੀ। ਫੋਨ ਕੱਢ ਲਿਆ, ਕਾਲ ਰਿਸੀਵ ਕਰਕੇ ਪੱਗ ਦਾ ਲੜ ਸਰਕਾ ਕੇ ਕੰਨ ਤੇ ਲਾਈ, ਖੱਬੇ ਹੱਥ ਨਾਲ ਮੱਥਾ ਟੇਕਣ ਲੱਗਿਆ ਤੇ ਬੋਲਿਆ, ਕਿਤੇ 'ਚ ਬੈਠੇ ਹੋ? ਹੇ ਸੱਚੇ ਪਾਤਸ਼ਾਹ, ਵਾਹਿਗੁਰੂ, ਉਹ ਤੇਰੇ ਪਿਛਲੇ ਪੰਨੀ ਵੇਖ, ਸਬਾਤਾਂ ਮੰਨੀ, ਚੱਲ ਆ ਗਿਆ ਜਾਣੋ, ਵਾਹਿਗੁਰੂ ਵਾਹਿਗੁਰੂ। ਮੁੱਲ ਲੋਟ ਕਰਕੇ ਲਵਾ ਦੀ, ਕਿਤੇ ਬਾਹਲੀ ਸਸਤੀ ਜੀ ਨਾ ਤੋਰਦੀ ਹੈ, ਫੇਰ ਆਖੇਂਗਾ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਫੁੰਮਣ ਨੇ ਫੇਰ ਸੀਸ ਨਿਵਾ ਕੇ ਮੱਥਾ ਪੂਰਾ ਟੇਕਣ ਦੇ ਲਈ ਉਵੇਂ ਕੋਡੀ ਡਾਹੀ ਤੇ ਕੰਨ ਫੋਨ ਤੇ ਲਾਇਆ ਹੋਇਆ ਤੇ ਫੇਰ ਖੜਾ ਹੋ ਗਿਆ। ਮੰਗਦਾ ਕੀ ਐ? ਬਾਸ਼ੇ ਨੇ ਛੇਤੀ ਨਾਲ ਗੱਲ ਮੁੱਕਦੀ ਕੀਤੀ। 31,000 ਤੋਂ ਧੇਲਾ ਵੀ ਘੱਟ ਨਹੀਂ ਪੜਤਾ ਪੈਂਦਾ ਬਈ, ਤੀਜੇ ਸੂਏ ਐ ਮੱਝ। ਤੇ ਫੋਨ ਕੱਟ ਕੇ ਦੋਵੇਂ ਹੱਥਾਂ 'ਚ ਫੜ ਕੇ ਧਰਤੀ ਨਮਸਕਾਰ ਕੇ ਉਹ ਬੋਝ-ਬੋਝ ਪੈਰ ਧਰਦਾ ਹੋਇਆ ਉਹਨਾਂ ਕੋਲ ਤੁਰ ਗਿਆ। ਉਹ ਤਿੰਨੇ ਹੀ ਨੀਵੀਂ ਪਾ ਕੇ ਬੈਠ ਗਏ। ਬਾਸ਼ੇ ਦੇ ਖੱਬੇ ਬੰਨੇ ਫੁੰਮਣ ਆ ਕੇ ਬੈਠ ਗਿਆ ਤੇ ਸੱਜੇ ਬੰਨੇ ਮੋਢਾ ਜੋੜ ਕੇ ਬੂਟਾ ਪਹਿਲਾਂ ਹੀ ਬੈਠਾ ਸੀ। ਸਾਫੇ ਦੇ ਲੜ ਨਾਲ ਮੂੰਹ ਕੱਜ ਕੇ ਬਾਸ਼ੇ ਨੇ ਗੱਲ ਤੋਰੀ, ਜਾਇਜ਼-ਜਾਇਜ਼ ਦੱਸ ਭਰਾਵਾ, ਤਾਂ ਕੀ ਮੰਗਦਾ ਏ ਹੈਂ? ਉਹ ਮੰਗਣ ਨੂੰ ਭਾਵੇਂ ਰੱਬ ਤੋਂ ਸਾਕ ਮੰਗੀ ਜਾ ਵੀਰ, ਜੀ ਵੀ ਹਿਲਾਉਣੀ ਹੁੰਦੀ ਐ, ਕਿਹੜਾ ਮੂੰਹ ਥੱਕਦਾ।
ਬੂਟੇ ਦੀ ਧੌਣ ਹਿੱਲਦੀ ਵੇਖ ਕੇ ਫੇਰ ਫੁੰਮਣ ਦੇ ਵੱਲ ਹੱਥ ਦਾ ਪੰਜਾ ਅਕੜਾ ਕੇ ਹਵਾ 'ਚ ਠੱਲ ਲਿਆ। ਪਰ ਬੰਦੇ ਨੂੰ ਆਪਦੀ ਚੀਜ਼ ਦਾ ਤਾਂ ਪਤਾ ਹੀ ਹੁੰਦਾ ਵੀਰ। ਦੋਵੇਂ ਫੁੰਮਣ ਦੇ ਮੂੰਹ ਵੱਲ ਗਹੁ ਨਾਲ ਝਾਕਣ ਲੱਗ ਪਏ ਤਾਂ ਉਹਨੇ ਚਿੱਤ 'ਚ ਸੋਚਿਆ ਕਿ ਉਹ ਕਿੰਨੇ ਕੁ ਪੈਸੇ ਵੱਧ ਮੰਗੇ। ਸਹੀ ਮੁੱਲ ਖੱਟਣ ਦੇ ਲਈ ਛੱਡਣੇ ਪੈ ਸਕਦੇ ਨੇ ਤੇ ਫੇਰ ਹਿਸਾਬ ਜਿਹਾ ਲਾ ਕੇ 3000 ਵੱਧ ਮੰਗੇ। 33 ਕੁ ਤਾਂ ਦਵਾ, ਇੰਨਾ ਕੁ ਤਾਂ ਬਣਦਾ ਹੀ ਐ। ਦੇਖ, ਦੁੱਧ ਦੇ ਤਾਂ ਭਾਅ ਵੀ ਵੱਧ ਗਏ ਨੇ। ਹੋ ਫੇਰ ਕੀ ਐ, ਖੱਲ ਦੇ ਭਾਅ ਵੀ ਛੱਪਰੀ ਢਾਉਣ ਤਾਈਂ ਆਉਂਦੇ ਐ, ਮੁੱਲੋਂ ਹੀ ਬਾਹਲੇ ਮੰਗੀ ਖੜਾਂ। ਦੇਖ ਹੈਂ। ਬੂਟਾ ਮਚਲ ਕੇ ਕੰਨ ਵਲੇਟ ਗਿਆ ਤੇ ਨਾਂਹ ਵਿੱਚ ਸਿਰ ਫੇਰ ਕੇ ਬੋਲਿਆ, ਹੋ ਬਈ ਮੇਰੇ ਤਾਂ ਹੱਥ ਖੜੇ ਆ ਫਿਰ ਹੈਂ, ਇੰਨਾ ਭਾਰ ਨਹੀਂ ਜੇਬ ਚੱਲਦੀ। ਤੇ ਫੇਰ ਜਾਣ ਕੇ ਬੇਗਰਜ਼ ਹੋਣ ਲਈ ਪਰੇ ਮੂੰਹ ਕਰਕੇ ਬਹਿ ਗਿਆ ਤੇ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕੀਤੀ, ਹੋ ਸੱਚਿਆ ਪਾਤਸ਼ਾਹ, ਜੇ ਆ ਮੈਂ 26,000 ਦੇ ਲਾਗੇ ਛਾਗੇ ਮੇਰੇ ਕਿੱਲੇ ਬੰਨ੍ਹ ਦੇਣਾ, ਤੇਰਾ ਹੱਕ ਨਹੀਂ ਰੱਖਦਾ, ਕੁਟੀਆਂ ਦੀਆਂ ਕੰਧਾਂ ਤੇ ਕਲੀ ਕਰਾ ਦੂੰ, ਕਲੀ। ਹੱਥੀਂ ਰਿੱਧੇ ਮੁਰਗੇ ਦੇ ਫੁੱਲ ਕਾਈ ਨਹੀਂ ਪਾਉਂਦਾ, ਵੇਚਣ ਵਾਲੀ ਤਮਾ ਕਰ ਵੀਰ, ਆਹ ਬਾਤ ਨਹੀਂ ਕਿਸੇ ਤੇਰੀ ਬੁੱਝਣੀ ਹੈਂ। ਕਿੰਨਵੇਂ ਸੂਏ ਐ? ਬਾਸ਼ੇ ਨੇ ਆਪਦੀ ਦਲਾਲੀ ਦਾ ਝੋਰਾ ਕਰਕੇ ਛੇਤੀ ਨਾਲ ਸੌਦਾ ਬੋਚਣ ਦੀ ਸੋਚੀ। ਹੈਗੀ ਆ ਬਈ ਤੀਜੇ ਸੂਏ। ਅਜੇ ਫੁੰਮਣ ਨੇ ਕੁਛ ਲੁਕੋ ਰੱਖਿਆ ਤੇ ਅੱਖ ਵੀ ਨਹੀਂ ਰਲਾਈ, ਕਿਤੇ ਕੁਛ ਹੋਰ ਹੀ ਨਾ ਬੁੱਝ ਜਾਣ। ਪੱਕੀ ਗੱਲ ਐ ਨਾ? ਵੱਲ ਫੇਰ ਤਾਂ ਨਹੀਂ ਕੋਈ ਹੈਂ? ਬਾਸ਼ੇ ਨੇ ਅੱਖ ਨਾਲ ਪੁਣ ਕੇ ਕੋਈ ਗੱਪ ਫੜਨ ਦੀ ਕੋਸ਼ਿਸ਼ ਕੀਤੀ ਤੇ ਕੋਇਆਂ ਨੂੰ ਕੁੰਗੜਾ ਕੇ ਵੇਖਿਆ। ਫੇਰ ਉਹਨੂੰ ਮੰਗੇ ਭਾਅ ਤੋਂ ਜਰਕਾ ਦੇਣ ਲਈ ਆਖਿਆ। ਫੇਰ ਤਾਂ ਵਾਕੇ ਭਾਈ ਭਾਅ ਵੱਧ ਮੰਗੀ ਬੈਠਾ ਵੀਰ, ਝੋਟੀ ਤੇਰੀ ਰੈਲੀ ਵਿਕੂ ਬਈ। ਬੂਟੇ ਨੇ ਨਾਲ ਹੀ ਆਪਦੀ ਦਲੀਲ ਦੇ ਦਿੱਤੀ। ਫੇਰ ਤੇ ਪੂਰੀ ਬੋੜੀ ਹੋ ਗਈ ਹੈ। ਮਸਾਂ 2 ਸੂਏ ਦੁੱਧ ਹੋਰ ਪਿਆ ਕੇ ਗਲਾਵੇਂ ਪੈਣ ਵਾਲੀ ਗੱਲ ਹੋਈ ਪਈ ਐ। ਹੱਡ ਤਾਂ ਪੂਰੇ ਫੋਲੇ ਹੋ ਜਾਣੇ ਆ ਹੈ। ਬਾਕੀ ਦੀ ਛੱਡ, ਤੈਨੂੰ ਦੱਸ ਕਿੰਨੇ 'ਚ ਵਾਰਾ ਖਾਂਦੀ ਐ, ਫੇਰ ਹੀ ਕੋਈ ਸੰਨ ਰਲਾਏਂਗੇ, ਜੇ ਕੁਛ ਪਤਾ ਲੱਗੇ ਤਾਂ। ਬਾਸ਼ੇ ਨੇ ਠਾਹ ਸੋਟਾ ਮਾਰ ਕੇ ਬੂਟੇ ਦੇ ਗੀਜੇ ਦਾ ਵਿੱਤ ਜੋਖਣ ਦੀ ਕੀਤੀ। 25,000 ਤੋਂ ਵੱਧ ਨਹੀਂ ਪੁੱਗਦੀ ਨਾ। ਜਿੰਨਾ ਮੱਝ ਦਾ ਸਹੀ ਮੁੱਲ ਮੰਗਿਆ ਉਹ ਤੋਂ ਵੀ 2,000 ਘਟਾ ਹੀ ਦੱਸਿਆ, ਤਾਂ ਜੇ ਗੱਲ ਅੜਦੀ ਦਿਸੇ 2,000 ਹੌਲੀ-ਹੌਲੀ ਵਧੀ ਜਾਊ। ਮੁੱਲ ਸੁਣਦੇ ਸਾਰ ਹੀ ਫੁੰਮਣ ਨੇ ਦੰਦ ਮੀਚ ਕੇ ਟਿੱਚ 'ਚ ਨਾ ਸਿਰ ਫੇਰ ਕੇ ਤਰਾਜ ਕਰਿਆ, ਨਾ ਬਈ, ਨਿਆਂ ਕਰ ਬਈ, ਇੱਥੇ ਸੱਚੇ ਪਾਤਸ਼ਾਹ ਦੀ ਦਰਗਾਹ 'ਚ ਬੈਠੇ ਆਂ। 30,000 ਤਾਂ ਵਪਾਰੀ ਲਾਗੇ ਖੜੇ ਪੈਰੀਂ, ਜੀ ਤੋਂ ਮਰਜ਼ੀ ਪਛਾਲੀ ਬਾਂਹ ਖੜੀ ਕਰਾ ਕੇ। ਬਾਸ਼ੇ ਨੇ ਨਾਲ ਹੀ ਦਾ ਖੇਡਿਆ, ਹੋ ਵੇਖ ਬਈ, ਐਨੇ ਦੇਣੀ ਆ ਮੈਂ ਗੁੱਡੀ ਨੂੰ, ਧੀ ਧਿਆਣੀ ਐ, 2 ਪੈਸੇ ਘੱਟ ਕੀ ਤੇ ਵੱਧ ਕੀ, ਆਪਣੇ ਤੇ ਵਿਚਾਰੀ ਹੱਥੀਂ ਖੇਡੀ ਪਲੀ ਐ ਹੈ। ਜੇ ਫੁੰਮਣ ਸਿਆਂ ਮੈਂ ਇਹਨੇ ਘਰੇ ਬੰਨਣੀ ਹੁੰਦੀ ਫੇਰ ਵੀ ਗੱਲ ਹੋਰ ਸੀਗੀ ਵੀਰ। ਇਹ ਧੀਆਂ ਨੂੰ ਰਿਜ਼ਕ ਦੇਣ ਵਾਲੀ ਗੱਲ ਐ। ਹੁਣ ਤੂੰ ਵੀ ਮੁੱਠੀ ਕੁਛ ਰੈਲੀ ਕਰ ਰਹਿਤ ਮੇਰਾ ਵੀਰ। ਮੁੱਠੀ ਦੀਆਂ 2 ਉਂਗਲਾਂ ਪੱਟ ਕੇ ਖੋਲ ਦਿੱਤੀਆਂ। ਚੱਲ ਜੇ ਹਾਂ ਗੱਲ ਐ ਯਾਰ, ਦੇ ਦੋ ਗੁੱਡੀ ਨੂੰ। ਆਹ ਮੈਂ ਨਹੀਂ ਧੇਲਾ ਘਟਦਾ ਸੀ ਪਹਿਲਾਂ, ਪਰ ਥੋਤੋਂ ਕੀ ਗੁੱਝਾ, ਮੇਰੇ ਮਤੇ ਨੂੰ ਸਭ ਜਾਣਦੇ ਹੀ ਐ। ਥੋਡੀ ਧੀ ਕੇ ਸਾਡੀ ਧੀ ਫਿਰ। ਫੁੰਮਣ ਨੇ ਨਾਲ ਹੀ ਇੱਕ ਲੱਤ ਉੱਤੋਂ ਦੀ ਰੱਖ ਲਈ। ਇਹ ਸੋਚ ਲਾਂਗੇ ਬਈ ਕਿਤੇ ਵਿਚਾਰੀ ਘਰੇ ਆਈ ਸੀਗੀ, ਸਿਰ ਪਲੋਸਤਾ ਆਪਾਂ। ਉਹਨੇ ਆਪਦੇ ਸਿਰ ਤੇ ਹੱਥ ਫੇਰਿਆ। ਬਾਈ ਪਿੱਛੇ ਕੀ ਐ ਮੈਂ ਦੇ? ਬੂਟੇ ਨੇ ਥੋੜ੍ਹੀ ਜਿਹੀ ਨਰਮੀ ਨਾਲ ਪੁੱਛਿਆ। ਕੱਟਾ? ਫੁੰਮਣ ਨੇ ਝੱਟ ਨਾਲ ਹੀ ਚਤੁਰਾਈ ਕੀਤੀ। ਪਿੱਛੇ ਕੱਟੀ ਸੀ, ਪਰ ਉਹਨੇ ਦੂਜੀ ਮੈਂਹ ਦਾ ਕੱਟਾ ਪਿੱਛੇ ਲਾ ਕੇ ਦੇਣ ਦੀ ਨਵੀਂ ਵਿੱਢ ਬਣਾ ਲਈ ਕਿ ਕੱਟੀ ਹੋਰ 2 ਵਰ੍ਹਿਆਂ ਨੂੰ ਗੱਭਣ ਹੋ ਜਾਣੀ ਐ, ਮੈਂਹ ਦੇ ਭਾਅ ਵਿਕੂ। ਨਾ ਯਾਰ, ਫੇਰ ਤਾਂ ਬਈ ਅਜੇ ਵੀ ਬਾਹਲੇ ਮਹਿੰਗੇ ਮੰਗੀ ਜਾਨਾ। ਜੇ ਪਿੱਛੇ ਕੱਟੀ ਹੁੰਦੀ ਥੋੜਾ ਘਣਾ ਹੇਠ ਉੱਤੇ ਕਰਕੇ ਸੌਦਾ ਆਪਾਂ ਜਚਾ ਲੈਂਦੇ। ਬੂਟੇ ਨੇ ਸਿਰ ਮਾਰ ਦਿੱਤਾ ਤੇ ਆਖਿਆ, 26,000 ਤੋਂ ਘੱਟ ਨਹੀਂ ਦੇਣਾ, ਨਾ 25 ਵੱਧ ਦੇਣ ਦੀ ਗੁਜ਼ਾਇਸ਼ ਹੈ ਆਪਣੀ ਬਈ। ਅਗਾਂਹ ਆਪਦੀ ਮਰਜ਼ੀ ਵੇਖ ਲਓ, ਜਿਵੇਂ ਲੋਟ ਲੱਗਦਾ ਤੁਹਾਨੂੰ। ਬਾਸ਼ੇ ਨੇ ਉੱਠਦੀ ਪੂਛ ਪਹਾੜ ਦੇ ਹੇਠਾਂ ਆਈ ਵੇਖ ਕੇ ਦਲੇਰੀ ਫੜੀ। ਵੇਖ ਲਾ ਓਏ, ਦੁਨੀਆ ਦੇ ਰੰਗ ਤਮਾਸ਼ੇ ਹੈ। ਜੇ ਬੁੜੀ ਦੇ ਹੋਵੇ ਕਈ ਜੱਲਾ ਤਾਂ ਬੈਸ਼ ਮੁੰਡਾ ਹੀ ਹੋਵੇ, ਜੇ ਮੈਂ ਦੇ ਕੱਟਾ ਹੋ ਜੇ ਫੇਰ ਵੀ ਦੁਨੀਆ ਪਿੱਟ ਖੜਦੀ ਐ। ਉਹ ਕਿਸੇ ਥਾਂ ਤੇ ਨਹੀਂ ਜੱਕ ਕਰਦੀ। ਉਹ ਬਾਈ ਤੂੰ ਗੱਲ ਹਾਸੇ 'ਚ ਨਾ ਪਾ, ਗੱਲ ਸੱਚੀ ਐ। ਉਹਨਾਂ ਦੋਵਾਂ ਦੀ ਸੀਟੀ ਰਲੀ ਹੋਈ ਸੀ। ਜਦੋਂ ਫੁੰਮਣ ਹੱਥੋਂ ਜਾਂਦਾ ਦਿਸਿਆ ਤਾਂ ਬਾਸ਼ੇ ਨੇ ਬੂਟੇ ਦੇ ਪੱਟ ਤੇ
ਆਪਣੇ ਸੱਜੇ ਗੋਡੇ ਦਾ ਭਾਰ ਪਾ ਦਿੱਤਾ ਤਾਂ ਉਹ ਪਟਕ ਦੇਣੇ 1000 ਰੁਪਇਆ ਹੋਰ ਵੱਧ ਗਿਆ। ਤੇ ਫਿਰ ਨਾਲ ਹੀ ਉਹਨੇ ਫੁੰਮਣ ਦਾ ਹੱਥ ਵੀ ਨੱਪ ਦਿੱਤਾ ਤਾਂ ਉਹ ਵੀ 500 ਰੁਪਇਆ ਘਟ ਗਿਆ। ਇਸ ਨੱਪਾ ਨਪਾਈ 'ਚ ਬਾਸ਼ੇ ਨੇ ਆਪਦੀ ਜੇਬ 'ਚ ਪਾਏ ਚਾਂਦੀ ਦੇ ਢਾਲੇ ਨੂੰ ਕੱਢ ਕੇ ਫੁੰਮਣ ਦੀ ਤਲੀ ਤੇ ਰੱਖ ਦਿੱਤਾ ਤੇ ਧਰ ਕੇ ਮੁੱਠੀ ਮੀਚ ਦਿੱਤੀ ਤੇ ਉੱਤੋਂ ਆਪਦੇ ਦੋਵਾਂ ਹੱਥਾਂ ਨਾਲ ਘੁੱਟ ਕੇ ਫੜ ਲਿਆ। ਇਹ ਤਾਂ 26 ਆਂਦਾ, 500 ਹੋਰ ਵਧਾ ਕੇ 26.5 ਬਹੁਤ ਐ। ਵਿਚਾਲੜਲੀ ਗੱਲ ਐ ਵੀਰ, ਨਾ ਤੇਰੀ ਨਾ ਇਹਦੀ। ਮੈਂ ਕਿਹਾ ਜੀ ਬਸ ਰੱਬ ਦੀ, ਸਾਰਾ ਕੁਛ ਇੱਥੇ ਹੀ ਰਹਿ ਜਾਣਾ ਹੈ, ਕੁਛ ਨਹੀਂ ਜਾਣਾ ਨਾਲ। ਉਹ ਨਹੀਂ ਬਾਈ, ਇਹ ਤਾਂ ਬਾਹਲਾ ਘੱਟ ਐ। ਫੁੰਮਣ ਨੇ ਫੇਰ ਮੁੱਠੀ ਫੋਲ ਕੇ ਸਿੱਕਾ ਕੱਢ ਕੇ ਬਾਸ਼ੇ ਦੀ ਤਲੀ ਤੇ ਧਰ ਦਿੱਤਾ ਤੇ ਦੋਵੇਂ ਮੁੱਠੀਆਂ ਮੀਚ ਕੇ ਕੱਛਾਂ 'ਚ ਲੈ ਲਈਆਂ। ਬਾਈ ਲੈਣ ਵਾਲੀ ਗੱਲ ਕਰੋ ਹੈਂ, ਸਹੀ ਮੁੱਲ ਕਰੋ, ਜੇ ਕਰਨਾ ਆ ਕੀ ਗੱਲ ਬਣੀ। ਬਾਸ਼ੇ ਨੇ ਬੂਟੇ ਦੇ ਮੂੰਹ ਵੱਲ ਵੇਖਿਆ ਤਾਂ ਉਹਨੇ ਖੱਬੀ ਸਹੇਲੀ ਖੁਰਕੀ ਜਾਣੀ, ਪੈਸੇ ਥੋੜੇ ਜਿਹੇ ਹੋਰ ਵੱਧ ਜਾਣ ਦੀ ਰਮਜ਼ ਦਿੱਤੀ ਤੇ ਫੇਰ ਸਿੱਕਾ ਕੱਢ ਕੇ ਹੁਣ ਫੁੰਮਣ ਦੀ ਜੇਬ 'ਚ ਪਾ ਦਿੱਤਾ ਤੇ ਮਨੌਤ ਦਿੱਤੀ, 500 ਹੋਰ ਵੱਧ ਲੈ ਲਈ, ਐਦੂ ਵੱਧ ਛਿੱਤਰ ਨਾਲ ਮਾਂਜਾ ਫਿਰੂ ਨਾਨੀ ਮਗਾਉਣਿਆ। ਮਖੌਲ ਨਾਲ ਆਖਿਆ ਤੇ ਉਹਦੇ ਗਿੱਟੇ ਫੜ ਲਏ। ਉਹ ਮੂੰਹੋਂ ਮੰਗੀ ਤਾਂ ਮੌਤ ਨਹੀਂ ਮਿਲਦੀ ਬਾਈ, ਪੈਸਾ ਫੇਰ ਦੇਣਾ ਹੀ ਕੀ ਨਹੀਂ ਐ, ਹੁੱਕਾਂ ਨੂੰ ਪਾਪ ਚੜਾਉਣਾ ਹੀ ਯਾਰ। ਫੁੰਮਣ ਨੇ ਜ਼ੋਰ ਨਾਲ ਉਹਦੇ ਹੱਥ ਪਿੰਜਣੀ ਤੋਂ ਹਟਾ ਸੱਟੇ। ਲੈ ਜੀ ਬਈ ਪਰਸੋਂ, ਸੰਗਲ ਖੋਲ ਕੇ ਲੈ ਜੀ। ਬਾਸ਼ੇ ਨੇ ਬੂਟੇ ਨੂੰ ਆਫਰ ਦਿੱਤਾ ਤੇ ਨਾਲ ਹੀ ਦੋਵੇਂ ਹੱਥ ਜੋੜ ਕੇ ਮੂੰਹ ਦੇ ਵਿੱਚ ਪੈਂਦੇ ਮੁੱਛ ਦੇ ਵਾਲ ਥੁੱਕ ਨਾਲ ਤਾ ਦੇ ਕੇ ਲੋਟ ਕੀਤੇ। ਪਰ ਬੂਟਾ ਸੌਦਾ ਕਰਕੇ ਚਿੰਤਾ 'ਚ ਖੁੱਭ ਗਿਆ। ਜੇ ਪਿੱਛੇ ਕੱਟੀ ਹੁੰਦੀ ਤਾਂ ਸਾਲੀ ਮੌਜ ਸੀ, ਆਹ ਸੌਦੇ 'ਚ ਤਾਂ ਰੱਬਾ ਵੜਿੱਕੇ ਹੀ ਗਏ। ਕਾਦੀ ਕਲੀ, ਇੱਥੇ ਤਾਂ ਲੱਗਦਾ ਆਪਦੇ ਹੀ ਲਿਉੜ ਲੈ ਗਏ। ਐਨੇ ਵਿੱਚ ਬੂਟੇ ਦਾ ਦੋਹਤਾ, ਜੋ ਇੱਥੇ 4 ਦਿਨ ਪਹਿਲਾਂ ਮਿਲਣ ਲਈ ਗੁੱਡੀ ਨਾਲ ਆਇਆ ਸੀ, ਉਹ ਨਿਆਣਾ ਉਹਨਾਂ ਦੀ ਗੱਲਾਂ ਕਰਦਿਆਂ ਜਿੱਥੇ ਗ੍ਰੰਥੀ ਪਾਠ ਪੜ੍ਹ ਰਿਹਾ ਸੀ ਉੱਥੇ ਚਲਾ ਗਿਆ। ਦਰੀ ਤੇ ਪਏ ਮੱਥਾ ਟਕਾਈ ਦੇ ਪੈਸਿਆਂ ਨੂੰ ਚੁੱਕ ਕੇ ਆਪਦੀ ਨਿੱਕੀ ਬੋਝੀ 'ਚ ਪਾਉਣ ਲੱਗਿਆ। ਪਾਠ ਕਰਦੇ ਗ੍ਰੰਥੀ ਦੀ ਜਦੋਂ ਹੀ ਨਿਆਣੇ ਤੇ ਨਿਗਾਹ ਪਈ ਤਾਂ ਉਹਨੇ ਬਾਣੀ ਪੜ੍ਹਦਿਆਂ ਹੀ ਉਹਨੂੰ ਆਨੇ ਕੱਢ ਕੇ ਲੱਫੜ ਚੁੱਕ ਕੇ ਕੁੱਟਣ ਦਾ ਡਰਾਵਾ ਮਾਰਿਆ ਤੇ ਨਾਲ ਹੀ ਪੈਸੇ ਮੁੜ ਜੇਬ 'ਚੋਂ ਕੱਢ ਕੇ ਹੇਠਾਂ ਰੱਖਣ ਦੇ ਇਸ਼ਾਰੇ ਨਾਲ ਆਖਿਆ। ਨਿਆਣੇ ਨੇ ਪੈਸੇ ਮੁੱਠੀ 'ਚ ਕੁੱਟ ਕੇ ਆਪਣੇ ਪਿੱਠ ਪਿੱਛੇ ਕਰ ਲਏ ਤੇ ਮੂੰਹ ਮੋਟਾ ਜਿਹਾ ਕਰਕੇ ਨਾਹ 'ਚ ਮੋਢੇ ਵੀ ਚਾੜ੍ਹਤੇ। ਜਦੋਂ ਵੀ ਘੂਰੀ ਵੱਟ ਕੇ ਗ੍ਰੰਥੀ ਬਾਣੀ ਪੜ੍ਹਦਾ ਤਾਂ ਉਹਦੇ ਮੂੰਹ ਤੇ ਬੁੱਲ੍ਹੇ ਇਉਂ ਹੋ ਜਾਂਦੇ ਜਿਵੇਂ ਉਹ ਬਾਣੀ ਨਹੀਂ, ਸਗੋਂ ਕਿਸੇ ਨੂੰ ਹੌਲੀ-ਹੌਲੀ ਆਵਾਜ਼ 'ਚ ਗਾਲਾਂ ਕੱਢ ਰਿਹਾ ਹੋਵੇ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸकी सेवा करे ਉਸ ਹੀ ਕੋ ਫਿਰ ਖਾਏ। ਸਾਰੇ ਲੋਕ ਨੀਵੀਂ ਪਾ ਕੇ ਆਪੋ ਆਪਣੀ ਗੱਲ 'ਚ ਰੁੱਝੇ ਹੋਏ ਸਨ। ਕਿਸੇ ਦਾ ਵੀ ਧਿਆਨ ਨਿਆਣੇ ਵੱਲ ਨਹੀਂ ਸੀ ਜਾ ਰਿਹਾ। ਗ੍ਰੰਥੀ ਨੇ ਆਪਣੇ ਕੋਲ ਪਈ ਬਾਟੀ ਵਿੱਚੋਂ ਖਿੱਲਾਂ ਫਰੋਲ ਕੇ ਇੱਕ ਪਤਾਸਾ ਭਾਲ ਲਿਆ ਤੇ ਉਸੇ ਤਰ੍ਹਾਂ ਪਾਠ ਕਰਦੇ ਹੋਇਆਂ ਮੂਹਰੇ ਕਤਾਰ 'ਚ ਅੱਖਾਂ ਬੰਦ ਕਰਕੇ ਬੈਠੇ ਇੱਕ ਬਜ਼ੁਰਗ ਦੇ ਮਾਰਿਆ ਪੂਰੇ ਜ਼ੋਰ ਦੇ ਨਾਲ ਪਤਾਸਾ ਵੱਜ ਕੇ ਭੁਰ ਗਿਆ। ਬਜ਼ੁਰਗ ਨੇ ਐਨਕਾਂ ਦਾ ਫਰੇਮ ਠੀਕ ਕਰਕੇ ਜਦੋਂ ਨੀਵੀਂ ਚੁੱਕ ਕੇ ਉੱਪਰ ਵੇਖਿਆ, ਕਿਤੇ ਕੋਈ ਜਨੌਰ ਬਿੱਠ ਤਾਂ ਨਹੀਂ ਮਾਰ ਗਿਆ, ਤਾਂ ਗ੍ਰੰਥੀ ਦਾ ਖੰਗੂਰਾ ਸੁਣ ਕੇ ਉਹਦੇ ਵੱਲ ਝਾਕਿਆ। ਬਜ਼ੁਰਗ ਨੇ ਧੌਣ ਦੇ ਇਸ਼ਾਰੇ ਨਾਲ ਪੁੱਛਿਆ ਵੀ ਕੀ ਹੈ। ਗ੍ਰੰਥੀ ਨੇ ਜਵਾਬ ਦੇ ਵਿੱਚ ਮੁੰਡੇ ਦੇ ਵੱਲ ਉਂਗਲ ਤਾਣ ਕੇ ਇਸ਼ਾਰਾ ਕੀਤਾ ਤੇ ਅੰਗੂਠੇ ਦੇ ਨਾਲ ਉਂਗਲ ਮਲ ਕੇ ਸਮਝਾ ਦਿੱਤਾ ਵੀ ਪੈਸੇ। ਤੇ ਬਜ਼ੁਰਗ ਸਮਝ ਗਿਆ ਵੀ ਬੱਚੇ ਨੇ ਮੱਥਾ ਟਕਾਈ ਦੇ ਪੈਸੇ ਚੁੱਕ ਲਏ ਨੇ। ਬਜ਼ੁਰਗ ਠਰੰਮੇ ਨਾਲ ਉੱਠਿਆ ਤੇ ਕੋਲ ਖੜੇ ਬੱਚੇ ਦੀ ਬਾਂਹ ਫੜ ਲਈ। ਮੁੱਠੀ ਵਿੱਚ ਘੁੱਟਿਆ 20 ਦਾ ਨੋਟ ਖੋਹ ਕੇ ਫੇਰ ਮੱਥਾ ਟਕਾਈ ਦੇ ਵਿੱਚ ਧਰ ਦਿੱਤਾ। ਪਰ ਗ੍ਰੰਥੀ ਨੇ ਫੇਰ ਹੁੰਗਰਾ ਮਾਰਿਆ। ਬਜ਼ੁਰਗ ਨੂੰ ਆਪਦੇ ਵੱਲ ਝੁਕਾ ਲਿਆ। ਆਪਣੀ ਜੇਬ ਦੇ ਵਿੱਚ ਹੱਥ ਪਾ ਕੇ ਬਾਹਰ ਕੱਢਿਆ ਤਾਂ ਉਹ ਸਮਝ ਗਿਆ ਤੇ ਉਹਨੇ ਨਿਆਣੇ ਦੀਆਂ ਜੇਬਾਂ ਦੀ ਤਲਾਸ਼ੀ ਲਈ ਤੇ 4-5 ਹੋਰ ਢਾਲੇ ਕੱਢ ਕੇ ਮੱਥਾ ਟਕਾਈ ਦੇ ਵਿੱਚ ਧਰ ਦਿੱਤੇ ਤੇ ਨਾਲ ਹੀ ਤਸੱਲੀ ਵੀ ਦਿੱਤੀ। ਪਰ ਗ੍ਰੰਥੀ ਨੇ ਹਰਖ ਨਾਲ ਬਜ਼ੁਰਗ ਦੀ ਬੇਵਕੂਫੀ ਤੇ ਆਪਦੇ ਮੱਥੇ 'ਚ ਹੱਥ ਮਾਰ ਕੇ ਇਸ਼ਾਰੇ ਨਾਲ ਆਖਿਆ ਕਿ ਤੂੰ ਪਿਛਲੀ ਜੇਬ ਤਾਂ ਵੇਖੀ ਹੋਈ ਨਹੀਂ। ਬਜ਼ੁਰਗ ਨੇ ਪਰਾਂ ਜਾਂਦੇ ਨਿਆਣੇ ਨੂੰ ਫੇਰ ਫੜ ਲਿਆ ਤੇ ਪਿਛਲੀ ਜੇਬ ਦੀ ਪੂਰੀ ਤਲਾਸ਼ੀ ਲਈ ਤਾਂ ਵਿੱਚੋਂ ਇੱਕ 50 ਦਾ ਨੋਟ ਲੱਭ ਪਿਆ। ਬਜ਼ੁਰਗ ਨੇ ਨੋਟ ਦੀ ਕੰਨੀ ਫੜ ਕੇ ਨਿਆਣੇ ਤੋਂ ਨੋਟ ਖੋਹਣਾ ਚਾਹਿਆ ਤੇ ਨਾਲ ਹੀ ਚਪੇੜ ਪੋਲੀ ਜੀ ਕਰਕੇ ਉਹਦੇ ਗਲ ਤੇ ਮਾਰੀ, ਪਰ ਨਿਆਣੇ ਨੇ ਮੁੱਠੀ ਦੀ ਪਕੜ ਅੱਗੇ ਨਾਲੋਂ ਹੋਰ ਕਰੜੀ ਕਰ ਲਈ। ਫੇਰ ਬਜ਼ੁਰਗ ਨੇ ਨੋਟ ਖਿੱਚ ਕੇ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਗ੍ਰੰਥੀ ਨੇ ਫੇਰ ਖੰਗੂਰਾ ਮਾਰ ਕੇ ਇਸ਼ਾਰਾ ਕੀਤਾ ਵੀ ਨੋਟ ਨਾ ਪਾੜ ਜੇ ਕਿਤੇ, ਬੋਝ ਕੇ ਫੜ ਵਰਾ ਕੇ ਜੇ। ਪਰ ਨੋਟ ਪਾਟ ਗਿਆ ਖਿੱਚੋ ਤਾਣ ਵਿੱਚ
ਤਾਂ ਉਹਨੇ ਝੱਟ ਹੀ ਹਵਾ 'ਚ ਲਪੇੜ ਮਾਰ ਕੇ ਇਸ਼ਾਰੇ ਨਾਲ ਆਖਿਆ ਵੀ ਦੋ ਮਾਰ ਸਾਲੇ ਦੇ। ਗ੍ਰੰਥੀ ਉਵੇਂ ਹੀ ਪੜੀ ਗਿਆ। ਹੁਣ ਉਹਦੀ ਆਵਾਜ਼ ਵਿੱਚ ਨੋਟ ਪਾਟ ਜਾਣ ਦਾ ਵੈਰਾਗ ਭਰ ਗਿਆ ਸੀ। ਬਾਸ਼ੀ ਨੇ ਜਦੋਂ ਗ੍ਰੰਥੀ ਦੀ ਵੈਰਾਗ ਰੁੰਨੀ ਆਵਾਜ਼ ਸੁਣੀ ਤਾਂ ਧੌਣ ਹਿਲਾ ਕੇ ਦਾਦ ਦਿੰਦਾ ਹੋਇਆ ਬੋਲਿਆ, ਓ ਵਾਹ ਬਈ ਵਾਹ, ਬਾਣੀ ਬੜੀ ਸ਼ਰਧਾ ਨਾਲ ਪੜ੍ਹਦਾ। ਕੁੜੀ ਦੇ ਨਾ ਉੱਡੇ ਜਾਂਦੇ ਜਨੌਰਾਂ ਦੀਆਂ ਕਿਹੜਾ ਨਾ ਭੁੱਬਾਂ ਕਢਾ ਦੇ ਹੈਂ। ਮਖਿਆ ਵਰਾਗ ਤਾਂ ਦੇਖ, ਵਾਹ ਵੀ ਵਾਹ, ਜਦੋਂ ਵੱਡੀ ਅੰਬੋ ਦੇ ਮਰੀ ਤੋਂ ਭੋਗ ਪਾਇਆ ਨਾ, ਇਹਨੂੰ ਹੀ ਸੱਦਾਂਗੇ ਆਪਾਂ ਬਸ। ਫੇਰ ਆਪ ਕੋਲ ਬੈਠੇ ਬੂਟੇ ਕੋਲ ਵਡਿਆਈ ਕੀਤੀ, ਬਈ ਇਸ ਬਾਹਮਣ ਦੀ ਕਾਈ ਕੀ ਰੀਸ ਕਰ ਲੂ, ਬਾਣੀ ਪੜ੍ਹਨ ਵਾਲੇ ਤਾਂ ਕੰਜਰ ਦਾ ਚਿੱਬੀ ਕੱਢੀ ਜਾਂਦਾ ਹੈ। ਉਦੋਂ ਵੀ ਆਖਿਆ ਸੀ ਬਈ ਇਹਦੇ ਤੋਂ ਹੀ ਪਵਾਓ, ਪਰ ਤੂੰ ਮੰਨਿਆ ਹੀ ਨਹੀਂ। ਚੱਕ ਕੇ ਉਹ ਮਜ਼੍ਹਬੀ ਦੇ ਘਰੇ ਸੌਰਤਾ। ਮੱਥਾ ਟੇਕਣ ਵਾਲੇ ਸਾਲੇ ਸੂਗਲੇ ਅੱਗੇ ਸਿਰ ਨਿਵਾਉਣਾ ਪੈਂਦਾ ਸੀ। ਫੇਰ ਪਰੇ ਥੁੱਕ ਕੇ ਬੋਲਿਆ, ਉਹਦੇ ਹੱਥੋਂ ਤਾਂ ਦੇਗ ਲੈਣ ਨੂੰ ਕੋਈ ਚਿੱਤ ਨਹੀਂ ਸੀ ਕਰਦਾ। ਬਜ਼ੁਰਗ ਨੇ ਨਿਆਣੇ ਨੂੰ ਗੋਦੀ ਚੁੱਕ ਕੇ ਮੋਢੇ ਲਾ ਲਿਆ ਤੇ ਬਾਹਰ ਛੱਡ ਕੇ ਆਉਣ ਦੀ ਕੋਸ਼ਿਸ਼ ਕੀਤੀ। ਉਦੋਂ ਹੀ ਉਹਦੇ ਸੱਜੇ ਹੱਥ 'ਚ 20 ਦਾ ਨੋਟ ਫੜਿਆ ਵੇਖ ਕੇ ਗ੍ਰੰਥੀ ਨੇ ਕਚੀਚੀ ਲੈ ਕੇ ਖੰਗੂਰਾ ਮਾਰਿਆ ਤਾਂ ਜੋ ਬਜ਼ੁਰਗ ਉਹਦੇ ਵੱਲ ਮੁੜ ਕੇ ਵੇਖੇ ਤੇ ਉਹ ਸਮਝਾ ਸਕੇ ਕਿ 20 ਰੁਪਏ ਵੀ ਫੜ ਲੈ। ਪਰ ਬਜ਼ੁਰਗ ਨੂੰ ਇਸ ਵਾਰ ਖੰਗੂਰੇ ਦੀ ਕੋਈ ਭੋਰਾ ਬਿੜਕ ਨਾ ਪਈ। ਗ੍ਰੰਥੀ ਨੇ ਚਿੱਤ 'ਚ ਠਾਣ ਲਈ, ਇਹਨੂੰ ਚਵਲ ਨੂੰ ਬਾਹਰ ਮੱਥੇ ਲੱਗਣ ਦੇ ਸਹੀ, ਲਾਹੂੰ ਇਹਦੀ ਸ਼ੌਤ। ਭੈਣ ਦਣੇ ਦੇ ਜੰਮ ਕੇ ਸਿੱਟੀ ਜਾਂਦੇ ਆ, ਸਾਂਭਣ ਵੇਲੇ ਹੱਥ ਟੁੰਡੇ ਹੁੰਦੇ ਆ ਇਹਨਾਂ ਦੇ। ਬੰਤੇ ਧੂਸ ਦੀ ਅਰਦਾਸ ਉਵੇਂ ਹੀ ਹੋਈ ਗਈ, ਨਿਰਵਿਘਨ। ਪਰ ਪੰਡਾਲ 'ਚ ਬੈਠੇ ਗੀਟਣ ਦੇ ਚਿੱਤ 'ਚ ਇੱਕ ਨਵਾਂ ਹੀ ਝੋਰਾ ਫਾਲੇ ਵਾਂਗ ਤਪ ਰਿਹਾ ਸੀ। ਉਹ ਭੋਗ ਵਿੱਚ ਨੀਵੀਂ ਪਾ ਕੇ ਬੈਠਾ ਨਹੁੰ ਟੁੱਕੀ ਜਾਂਦਾ ਸੀ। ਹੁਣ ਸਾਲੀ ਪੂਰੀ ਕਿਵੇਂ ਪਊ? ਮਰੇ ਮੁਕਰੇ ਦਾ ਲਾਜ ਹੀ ਕਈ ਨਹੀਂ ਹੁੰਦਾ। ਫੇਰ ਉਸਨੇ ਖੁਦ ਨੂੰ ਲਾਨਤ ਪਾਈ ਤੇ ਕੌੜੀ ਜੀ ਗਾਲ ਕੱਢੀ ਤਾਂ ਕੋਲ ਬੈਠਾ ਭੰਦਾ ਗਾਲ ਸੁਣ ਕੇ ਘਾਬਰ ਗਿਆ, ਜਿਵੇਂ ਉਹਨੂੰ ਹੀ ਕੱਢੀ ਹੋਵੇ। ਉਹ ਕੀ ਹੋ ਗਿਆ ਤਾਊ, ਕਿਹਦੀ ਮੈਲ ਧੋਈ ਜਾਨਾ? ਭੰਦੇ ਨੇ ਪਾਸੇ ਜਿਹੇ ਮੂੰਹ ਕਰ ਲਿਆ। ਸਪੀਕਰ ਦੀ ਉੱਚੀ ਆਵਾਜ਼ ਤੋਂ ਇੱਕ ਕੰਨ 'ਚ ਉਂਗਲ ਅੜਾ ਕੇ ਦੂਜਾ ਕੰਨ ਉਹਦੇ ਮੂੰਹ ਕੋਲ ਕਰ ਲਿਆ। ਯਾਰ ਇਹਦੇ ਮੁੰਡੇ ਤਾਂ ਹੈ ਸਾਲੇ ਬੜੇ ਅੜਬ, ਇਹਨਾਂ ਨੇ ਤਾਂ ਮੇਰੀ ਵੱਡੀ ਉਂਗਲ ਤੇ ਨਹੀਂ ਮੂਤਣਾ। ਗੀਟਣ ਨੇ ਸੱਜੇ ਹੱਥ ਦੀ ਅੰਗੂਠੇ ਨਾਲ ਦੀ ਉਂਗਲ ਅਕੜਾ ਕੇ ਉਹਦੇ ਪੱਟ ਤੇ ਖੋਭ ਦਿੱਤੀ। ਓਹੋ ਕੀ ਗਿਆ, ਤੇਰੀ ਤਾਂ ਉਹ ਗੱਲ ਐ ਅਖੇ ਨਵੀਂ ਉੱਠੀ ਲੋਹਾਰਨੀ ਦੁਪਹਿਰੇ ਲੋਹਾ ਕੁੱਟ। ਉਹਨੂੰ ਇਸ ਵੇਲੇ ਕਿਸੇ ਮੁਸ਼ਕਿਲ 'ਚ ਫਸਿਆ ਵੇਖ ਕੇ ਭੰਦਾ ਮੁਸਕੜੀਏ ਹੱਸ ਪਿਆ ਤੇ ਫੇਰ ਬੁੱਲ੍ਹਾਂ ਤੇ ਹੱਥ ਧਰ ਕੇ ਹਾਸਾ ਪੰਡਾਲ ਤੋਂ ਲੁਕੋ ਲਿਆ। ਉਹ ਗੱਲ ਇਹ ਹੈ ਬਈ ਧੂਸ਼ ਜਦੋਂ ਬਿਮਾਰ ਸੀ ਨਾ, ਮੇਰੇ ਤੋਂ 18,000 ਰੁਪਏ ਫੜੇ ਸੀਗੇ ਲਾਜ ਕਰਾਉਣ ਲਈ, ਪੂਰੇ 2 ਰੁਪਏ ਦੇ ਹਿਸਾਬ ਨਾਲ। ਮੈਂ ਉਦੋਂ ਬਈ ਸ਼ਰਮ ਦੇ ਮਾਰੇ ਮੰਗੇ ਨਹੀਂ, ਬਈ ਕਿਤੇ ਗੱਲ ਦੀ ਕਲਾਲੀ ਨਾ ਬਣ ਜੇ। ਅਗਲਾ ਚਿਤਵੂ ਸਾਡਾ ਬੰਦਾ ਬਿਮਾਰ ਹੈ, ਇਹਨੂੰ ਆਪਦੇ ਨਬਖਰੇ ਕਰਨ ਦੀ ਸੁੱਝੀ ਪਈ ਹੈ। ਫੇਰ ਹੁਣ ਫੇਰ ਕੀ, ਮੈਨੂੰ ਕਿਹੜਾ ਸੁਪਨੇ ਆਉਂਦੇ ਸੀ ਬਈ ਭੈਣ ਦਾ ਯਾਰ ਇੰਨੀ ਛੇਤੀ ਫੁੜਕ ਜੂ। ਮੇਰੇ ਤਾਂ ਪੈਸੇ ਲੱਗਦਾ ਇਹਦੇ ਨਾਲ ਹੀ ਮਿੱਟੀ ਹੋ ਗਏ। ਕਾਗਜ਼ ਤੇ ਵੀ ਨਹੀਂ ਕਾਈ ਲਿਖਤ ਪੜ੍ਹਾਈ ਕਰਾਈ। ਹੁਣ ਗੀਟਣ ਨੂੰ ਆਪਦੀ ਕੀਤੀ ਅਣਗਹਿਲੀ ਦਾ ਪੂਰਾ ਦੁੱਖ ਸੀ, ਕੱਲੀ ਜ਼ੁਬਾਨ ਹੀ ਸੀਗੀ। ਸੋਚਿਆ ਜਦੋਂ ਅੱਗੇ ਨਹੀਂ ਕਦੀ ਰੋਲਾ ਰੱਪਾ ਪਿਆ ਤਾਂ ਫਿਰ ਆਪੇ ਬੋਲ ਮਾਰ ਕੇ ਫੜਾ ਦਿੰਦਾ, ਐਕੀ ਵੀ ਦੇ ਦੂ। ਇਹ ਤਾਂ ਫਿਰ ਰੱਬ ਦੇ ਆਸਰੇ ਜਾਣੀ ਤਾਊ। ਭੰਦੇ ਨੇ ਫੇਰ ਸੰਸਾ ਕੀਤਾ ਪਰ ਅੰਦਰੋਂ ਖੁਸ਼ ਸੀ, ਬਈ ਸਾਲੇ ਨੇ ਕਿਹੜਾ ਘੱਟ ਲਹੂ ਪੀਤਾ। ਐਵੇਂ ਤਾਂ ਨਹੀਂ ਲੋਕ ਇਹਨੂੰ ਗੀਟਣ ਜੋਕ ਆਖਦੇ। ਉਹ ਧੂਸ਼ ਇਹਦੇ ਪੈਸੇ ਨੱਪ ਕੇ ਮਰਿਆ। ਪਤਾ ਨਹੀਂ ਕਿੰਨੇ ਲੋਕਾਂ ਦਾ ਹਿਸਾਬ ਪੱਧਰਾ ਕਰ ਗਿਆ। ਹੋਈ ਸਾਲੇ ਨਾਲ ਚੰਗੀ ਹੋਈ, ਵਿਆਜ ਪਿੱਛੇ ਤਾਂ ਇਹ ਧੌਣ ਲਾਉਣ ਤਾਂ ਹੀ ਜਾਂਦਾ। ਫਿਰ ਮੂੰਹ ਜਿਹਾ ਢਿੱਲਾ ਕਰਕੇ ਪੁੱਛਿਆ, ਕੁਛ ਨਾ ਕੁਛ ਤਾਂ ਪੜ੍ਹਤ ਹੋਊਗੀ ਬਈ। ਉਹ ਨਾ ਮਖਿਆ, ਬੰਦਾ ਜ਼ੁਬਾਨ ਵਾਲਾ ਸੀ, ਕਦੇ ਲੋੜ ਹੀ ਨਹੀਂ ਪਈ। ਗੀਟਣ ਨੇ ਗ੍ਰੰਥੀ ਅੱਗੇ ਪਈ ਧੂਸ ਦੀ ਫੋਟੋ ਵੱਲ ਵੇਖ ਕੇ ਚੱਸ ਜਿਹਾ ਕੀਤਾ ਤੇ ਫੇਰ ਉਹਦੇ ਹੱਸਦੇ ਮੂੰਹ ਵੱਲ ਵੇਖ ਕੇ ਕਚੀਚੀ ਲਈ, ਜਿਵੇਂ ਉਹਦੇ ਤੇ ਹੀ ਹੱਸ ਰਿਹਾ ਹੋਵੇ। ਤਾਂ ਭੰਦੇ ਨੇ ਗਰਮੀ ਖਾ ਕੇ ਚਿੱਤ 'ਚ ਗਾਲ ਕੱਢੀ, ਭੈਣ ਦਾ ਯਾਰ, ਅਸੀਂ ਵੀ ਯਕੀਨੇ ਹੀ ਫਿਰਦੇ ਸੀਗੇ, ਸਾਡੀ ਕੋਈ ਜ਼ੁਬਾਨ ਹੀ ਨਹੀਂ ਹੈਗੀ। ਸਾਲੇ ਮੇਰੇ ਯਾਰੀ ਤਾਂ 700 ਰੁਪਈਏ ਪਿੱਛੇ ਵਹੀ ਤੇ ਗੂਠਾ ਲਵਾ ਲਿਆ ਸੀਗਾ, ਜੋ ਨਵੇਂ ਰੁਮਾਲੇ 'ਚ ਲਪੇਟੀ ਸੀ। ਉਦੋਂ ਪੈਸੇ ਦੇ ਕੇ ਆਂਦਾ, ਕਿ ਖੜੋ ਜੀ ਮਾੜਾ ਜਿਹਾ। ਮੈਂ ਕਿਹਾ ਚਾਹ ਪਿਆਊਂ। ਤਿੜੇ ਨੇ ਮੋਈ ਜਵਾੜੇ 'ਚੋਂ ਬੀੜਾ ਕੱਢ ਕੇ ਉਹ ਮਰਲੇ ਤੇ ਮਾਰਿਆ, ਪਰ ਨਹੀਂ, ਭੈਣ ਦਾ ਯਾਰ ਅੰਦਰੋਂ ਪੈੜ ਚੱਕ ਲਿਆਇਆ। ਆਖੇ ਗੂਟਾ ਲਾਈਏ ਡੇਟੇ, ਬਿਹਾਰ ਹੈ, ਬਣਿਆ ਕੱਟ ਤੋੜਨਾ ਐਵੇਂ।
ਤਫਾਕ ਦੀ ਵੀ ਕੋਈ ਸ਼ੈ ਹੁੰਦੀ ਹੈ। ਜੇ ਬਾਹਲਾ ਕਰਨਗੇ, ਮੈਂ ਸਹੁੰ ਅੱਟਣ ਲਈ ਤਿਆਰ ਹਾਂ। ਕੁੰਡਾ ਖੋਲੂੰ ਬਾਈ ਮੈਂ। ਗੀਟਣ ਨੇ ਸੱਜੇ ਹੱਥ ਦੀ ਚੁੰਡੀ ਜੀ ਬਣਾ ਕੇ ਖੱਬੇ ਹੱਥ ਦੀ ਤਲੀ ਘੁਮਾਈ, ਜਿਵੇਂ ਜੰਦਰੇ ਦੇ ਸੁਰਾਖ 'ਚ ਚਾਬੀ ਪਾ ਕੇ ਘੁਮਾਈਦੀ ਹੁੰਦੀ ਹੈ। ਜਿੰਦਾ ਖੋਲ ਭਾਵੇਂ, ਪਰ ਇਹਨਾਂ ਦੇ ਊਤ ਨੇ ਨਹੀਂ ਮੰਨਣਾ। ਜੜੀ ਪਤਾ ਕਿਹੜੀ ਐ? ਭੰਦੇ ਨੇ ਫੇਰ ਇਹਨਾਂ ਦੇ ਸੁਭਾਅ ਦੀ ਪੋਲ ਖੋਲ੍ਹੀ ਤੇ ਨਾਲ ਹੀ ਆਪਦੇ ਚਿੱਤ 'ਚ ਕੋਈ ਸ਼ੈ ਪਾਰੇ ਵਾਂਗ ਤਰਦੀ ਦਿਖਾਈ ਦਿੱਤੀ ਉਹਨੂੰ। ਹੁਣ ਫਿਰ ਯਾਰ ਕੀ ਬਣੂ ਮੇਰਾ? ਤੇ ਨਾਲ ਹੀ ਯਾਦ ਕਰਕੇ ਬੋਲਿਆ, ਪਰ ਹਾਂ ਬਈ, ਜਿੱਦਣ ਮੇਰੇ ਤੋਂ ਇਹਨੇ ਪੈਸੇ ਫੜੇ ਐ, ਉਹਦੇ ਬਾਸ਼ੇ ਵੀ ਮੂੰਹ ਤੇ ਸੀ। ਇੱਥੇ ਬੈਠਾ ਹੋਣਾ ਕਿਤੇ। ਲੰਮੀ ਧੌਣ ਕਰਕੇ ਸਾਰੇ ਇਕੱਠ 'ਚ ਉਹਦੀ ਪਛਾਣ ਕੱਢਣ ਲਈ ਸਰਸਰੀ ਜੀ ਨਿਗਾਹ ਮਾਰੀ। ਉਹ ਤੋਂ ਵੀ ਕਹਾ ਲਾਂਗੇ, ਐਂ ਤੇ ਕੱਲ ਨੂੰ ਕੋਈ ਵੀ ਕਹਿ ਦੂ ਬਈ ਸੋਡੇ ਬੁੜੇ ਨੇ ਸਾਥੋਂ 3 ਲੱਖ ਬਦਲੇ ਨਿਆਈ ਵਾਲਾ ਟੱਕ ਗਹਿਣੇ ਧਰਿਆ ਸੀਗਾ। ਫੇਰ ਭੰਦੇ ਨੇ ਲੋਕਾਂ ਦੀ ਨਵੀਂ ਸਕੀਮ ਕੱਢ ਦਿੱਤੀ ਤੇ ਉਹਦੀ ਇਸ ਦਲੀਲ ਨੂੰ ਸਾੜ ਕੇ ਸਵਾਹ ਕਰ ਦਿੱਤਾ। ਨਾਲੇ ਘਰੇ ਤਾਂ ਉਹਦੀ ਕੋਈ ਮੰਨਦਾ ਨਹੀਂ। ਜੀ ਤੋਂ ਨੱਬ ਲੈਣੇ ਐ, ਉਹ ਕਿਵੇਂ ਮੰਨੂ ਬਈ? ਲੈ, ਐਂ ਕਿਵੇਂ ਕੋਈ ਆਂਦਾ ਭਲਾ? ਰੱਬ ਵੇਖੀ ਜਾਂਦਾ ਹੈ। ਉਹਨੇ ਫੇਰ ਰੱਬ ਦੇ ਨਾਂ ਦਾ ਡੰਕਾ ਵਜਾ ਦਿੱਤਾ। ਲੈ, ਵੇਖੀ ਜਾਂਦਾ ਤਾਂ ਫਿਰ ਵੇਖੀ ਜਾਵੇ। ਜਿੱਥੇ ਇੰਨਾ ਮੁਲਕ ਸਾਕ ਦਊ, ਉੱਥੇ ਆ ਵੀ ਸਹੀ। ਰੱਬ ਦੇ ਦਵਾਈ ਗਿਣ ਲਈ ਥੁੱਕ ਲਾ ਕੇ ਉਹ ਵੀ। ਰੱਬ ਦਾ ਦਾਬਾ ਨਹੀਂ ਐ ਜੜੀ ਮੰਨਦੀ ਬਈ। ਬਾਬੇ ਨਾਨਕ ਹੋਰਾਂ ਨੂੰ ਤੂੰ ਐਂ ਛੱਲਿਆਂ 'ਚ ਪਾਈ ਫਿਰਦਾ ਐਂ। ਨਾਲੇ ਰੱਬ ਦੀ ਲੋੜ ਤਾਂ ਮਰਿਆਂ ਤਾਂ ਹੀ ਪੈਂਦੀ ਐ, ਜਿਉਂਦੀ ਜੀ ਤਾਂ ਅਮਾਇਆ ਦਾ ਜੱਸ ਗਾਉਣਾ ਪੈਂਦਾ। ਭੰਦੇ ਨੇ ਦੁਨੀਆ ਦੇ ਸਾਰੇ ਗੁੱਡੇ ਉਡਾ ਕੇ ਹੱਥੀਂ ਡੋਰ ਕੱਟ ਦਿੱਤੀ। ਆਸ ਦੇ ਮਣਕੇ ਧਾਗਾ ਟੁੱਟਣ ਕਰਕੇ ਪੁੰਜੇ ਨਹੀਂ, ਸਗੋਂ ਪਾਣੀ 'ਚ ਡਿੱਗ ਪਏ। ਹੈਂ ਬਈ, ਫੇਰ ਕਿਵੇਂ ਕਰਾਂਗੇ? ਗੀਟਣ ਦਾ ਕੱਚ ਭਰ ਆਇਆ ਤੇ ਕੋਈ ਦਾ ਭਾਲਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਦੋਵੇਂ ਸੋਚਾਂ 'ਚ ਡੁੱਬ ਗਏ। ਉਹ ਕਰਨਾ ਕੀ ਐ? ਰੱਬ ਦੇ ਖਾਤੇ ਪਏ ਸਮਝ ਬਸ। ਪਰ ਭੰਦੇ ਨੇ ਸੋਚਾਂ 'ਚ ਡੁੱਬ ਕੇ ਦੁੱਖ ਦਾ ਦਿਖਾਵਾ ਹੀ ਕੀਤਾ। ਧੂਸ ਚੰਗਾ ਬੰਦਾ ਸੀ ਬਈ। ਚੰਗੇ ਬੰਦੇ ਦੀ ਜਿਵੇਂ ਰੱਬ ਨੂੰ ਵੀ ਲੋੜ ਹੁੰਦੀ ਐ। ਗੀਟਣ ਨੇ ਐਸ ਵੇਲੇ ਦੁਖੀ ਮਨ ਨਾਲ ਹਾਂ ਦਾ ਨਾਅਰਾ ਮਾਰਿਆ ਤੇ ਅੱਗੋਂ ਭੰਦੇ ਦੀ ਕੋਈ ਰਜ਼ਾ ਜਾਚਣੀ ਚਾਹੀ। ਭੰਦਾ ਜਿਵੇਂ ਅੱਗੇ ਭਰਿਆ ਪੀਤਾ ਬੈਠਾ ਸੀ। ਬੋਲਿਆ, ਆਹੋ, ਚੰਗਾ ਸੀ ਭੈਣ ਦਾ ਛੰਜਾ। ਪਿੰਡ ਦੀ ਕਾਈ ਧੀ ਭੈਣ ਸਾਬਤੀ ਨਹੀਂ ਛੱਡੀ ਲੱਗਦੇ ਹੱਥ। ਤੇ ਗੀਟਣ ਦੇ ਕੰਨ 'ਚ ਹੌਲੀ ਜਿਹੇ ਬੋਲਿਆ, ਸਾਰੇ ਪਿੰਡ ਦਾ ਗੰਦ ਹੂੰਝਤਾ। ਅਜੇ ਵੀ ਲੋਕ ਰੱਬ ਨੂੰ ਮੂੰਹ ਮੋਟਾ ਕਰ ਕਰ ਵਿਖਾਉਂਦੇ ਐ ਤਾਂ ਵਿਖਾਈ ਜਾਣ ਫਿਰ। ਪਰ ਭੰਦਾ ਇੱਕ ਪੱਖੋਂ ਪੂਰੇ ਗੁਣਗਾਨ ਗਾਈ ਗਿਆ। ਉਹਨੇ ਧੂਸ ਤੋਂ 20,000 ਰੁਪਏ ਫੜੇ ਸੀ, ਜਿਹਦੀ ਕੋਈ ਵੀ ਲਿਖਤ ਪੜ੍ਹਤ ਨਹੀਂ ਸੀ ਕੀਤੀ ਹੋਈ। ਉਹ ਚਿੱਤ 'ਚ ਚਾਂਬਲ ਮਾਰ ਗਿਆ। ਬੰਦੇ ਦੀ ਜ਼ਬਾਨ ਹੀ ਪਰਨੋਟ ਹੁੰਦੀ ਐ। ਉਹ ਜਦੋਂ ਬੰਦਾ ਮਰ ਗਿਆ, ਉਹਦੇ ਨਾਲ ਜ਼ਬਾਨ ਵੀ ਮਿੱਟੀ, ਫਿਰ ਕਾਹਦਾ ਲੈਣ ਦੇਣ ਬਈ? ਕਾਸੇ ਦਾ ਨਹੀਂ। ਉਹ ਦੋਵੇਂ ਹੱਥ ਸ਼ੁਕਰ 'ਚ ਬੰਨ੍ਹ ਕੇ ਰੱਬ ਦਾ ਗੁਣਗਾਨ ਗਾਈ ਗਿਆ। ਜੇ ਪਤਾ ਹੁੰਦਾ ਨਾ, ਇਹਨੇ ਇੰਨੀ ਛੇਤੀ ਟਿੱਬ ਜਾਣਾ ਸੀਗਾ। ਸਾਲੇ ਚਵਲ ਤੋਂ 4 ਛਿੱਲੜ ਹੋਰ ਫੜ ਲੈਂਦੇ। ਜਾਂਦਾ ਜਾਂਦਾ ਮੈਨੂੰ ਤੇ ਸੌਖਾ ਕਰ ਜਾਂਦਾ ਨਾ। ਉਹਦੇ ਆਪ ਹੀ ਨਾਲੇ ਆਂਦਾ ਸੀਗਾ ਵੀ ਰੱਖ ਲੈ, ਜਿੰਨਾ ਲੈਣਾ ਲੈ ਜਾ, ਜਿੰਨੀ ਲੋੜ ਪਈ ਵਰਤੀ, ਵਧੇ ਮੋੜ ਜੀ। ਭੰਦੇ ਦੇ ਮਨ 'ਚ ਪਛਤਾਵਾ ਵੀ ਰੜਕ ਪਿਆ ਤੇ ਖੁਸ਼ੀ ਵੀ। ਗ੍ਰੰਥੀ ਨੇ ਕੋਲ ਪਈ ਐਨਕ, ਜੋ ਕਿਸੇ ਚਿੰਤਾ 'ਚੋਂ ਲਾਉਣੀ ਭੁੱਲ ਗਿਆ ਸੀ, ਡੱਬੀ 'ਚੋਂ ਕੱਢ ਕੇ ਸਰੋਪੇ ਨਾਲ ਸਾਫ਼ ਕਰਕੇ ਨੱਕ ਤੇ ਚਾੜ ਲਈ। ਪਰ ਇਹਨਾਂ ਤੋਂ 4 ਕੁ ਜਣਿਆਂ ਦੀ ਵਿੱਥੀ ਤੇ ਬੈਠਾ ਬਾਜਾ ਆਪਣੇ ਮੋਬਾਈਲ ਤੇ ਕੈਂਡੀ ਕ੍ਰੈਸ਼ ਖੇਡੀ ਜਾਂਦਾ ਸੀ ਤੇ ਨਾਲ ਹੀ ਮੁੱਖੋਂ ਦੀ ਉਡੀਕ 'ਚ ਤਿਰਛੀ ਜੀ ਅੱਖ ਪੰਡਾਲ ਵੱਲ ਮਾਰ ਲਿਆ ਕਰੇ ਤਾਂ ਜੋ ਮੇਲ ਹੋ ਸਕੇ। ਵਟਸਐਪ ਤੇ ਮੈਸੇਜ ਕੀਤਾ ਕਿ ਕਿੱਥੇ ਰਹਿ ਗਏ ਹੋ, ਛੇਤੀ ਆ ਜਾਓ ਖੰਡ। ਮੈਂ ਤਾਂ ਕਦੋਂ ਦੀ ਆਈ ਬੈਠੀ ਹਾਂ, ਤੁਸੀਂ ਨਹੀਂ ਦਿਸੇ ਮੈਨੂੰ। ਮੁੱਖੋਂ ਨੇ ਵੀ ਚੁੰਨੀ ਦੀ ਬੁੱਕਲ ਵਿੱਚੋਂ ਛੇਤੀ ਨਾਲ ਲੁਕੋ ਕੇ ਸੁਨੇਹਾ ਭੇਜਤਾ ਤੇ ਫਿਰ ਸਾਊ ਜੀ ਬਣ ਕੇ ਬੈਠ ਗਈ। ਮੈਨੂੰ ਤਾਂ ਦਿਖੀ ਨਹੀਂ, ਖੌਰੇ ਕਿਹੜੇ ਖੂੰਜੇ ਬੈਠੀ ਆ। ਖੜੀ ਹੋ ਕੇ ਫੇਰ ਬਹਿ ਜਾਣਾ ਖੰਡ। ਬਾਜੇ ਨੇ ਲੱਭ ਲੈਣ ਦੀ ਪੂਰੀ ਸਕੀਮ ਬਣਾ ਲਈ। ਮੁੱਖੋਂ ਚੁੰਨੀ ਦੀ ਬੁੱਕਲ ਮਾਰਨ ਦਾ ਪੱਜ ਬਣਾ ਕੇ ਪੰਡਾਲ ਵਿੱਚ ਖੜੀ ਹੋਈ ਤੇ ਫੇਰ ਬੈਠ ਗਈ। ਨਾਲ ਹੀ ਬਾਜਾ ਖੁਸ਼। ਲੈ, ਮੇਰੇ ਪਿਓ ਦੀ ਤਾਂ ਕੋਲ ਹੀ ਬੈਠੀ ਸੀਗੀ। ਤੇ ਫਿਰ ਨਾਲ ਹੀ ਸੁਨੇਹਾ ਭੇਜਤਾ ਵਟਸਐਪ ਤੇ। ਆਏ ਹਾਏ, ਅੱਜ ਤੇ ਪੂਰੀ ਅੱਤ ਕਰੀ ਪਈ ਐ। ਕਿਵੇਂ ਫੇਰ ਸੂਤ ਲੱਗੂ ਮਿਲਣ ਦਾ ਆਥਣੇ? ਨਹੀਂ ਨਹੀਂ, ਔਖਾ, ਵੀਰਾ ਘਰੇ ਹੋਊ। ਮੁੱਖੋਂ ਨੂੰ ਬਾਜਾ ਵੀ ਦਿਖ ਗਿਆ ਸੀ ਬੈਠਾ।
ਉਹ ਵਾੜੇ 'ਚੋਂ ਧਾਰ ਕੱਢਣ ਆ ਜੀ, ਮੈਂ ਵੀ ਆ ਜੂ ਸੋਡੇ ਟੋਕੇ ਤੇ ਨੀਰਾ ਕੁਤਰਨ ਲਈ। ਜਦੋਂ ਇਹ ਸੁਨੇਹਾ ਲਿਖ ਕੇ ਘੱਲਿਆ ਤਾਂ ਕੋਲ ਬੈਠੇ ਬੀਰੂ ਨੇ, ਜੋ ਉਹਦਾ ਪੱਕਾ ਆੜੀ ਸੀ, ਦੁਹਾਈ ਪਾਈ, ਭੈਣ ਦੇਣਿਆ ਮੇਰੀ ਵੀ ਕਰਾ ਦੇ ਕਿਸੇ ਨਾਲ ਗਾਟੀ, ਐਂ ਕਾਹਤੋਂ ਕਰਦਾ ਹੁੰਨਾ, ਨਹੀਂ ਤਾਂ ਫਿਰ ਅੱਜ ਤੋਂ ਬੁਲਾਈ ਨਾ ਬਸ। ਐਨੇ ਹੀ ਅਰਦਾਸ ਕਰਨ ਦੇ ਲਈ ਗ੍ਰੰਥੀ ਮਾਈਕ ਫੜ ਕੇ ਖੜਾ ਹੋ ਗਿਆ ਤੇ ਸਾਰੇ ਪੰਡਾਲ 'ਚ ਬੈਠੀ ਸੰਗਤ ਵੀ ਲੀੜਿਆਂ ਦੇ ਵੱਲ ਕੱਢਦੀ ਹੋਈ ਖੜੀ ਹੋ ਗਈ। ਬਾਹਰ ਖੜੇ ਕਿੰਨੇ ਹੀ ਬੰਦੇ ਸਿਰਾਂ ਤੇ ਰੁਮਾਲ ਬੰਨ੍ਹਦੇ ਹੋਏ ਅੰਦਰ ਆ ਕੇ ਲੋਕਾਂ 'ਚ ਖੜ ਗਏ ਤਾਂ ਗ੍ਰੰਥੀ ਨੇ ਟੇਢੀ ਅੱਖ ਨਾਲ ਉਹਨਾਂ ਦੇ ਵੱਲ ਵੇਖ ਕੇ ਚਿੱਤ 'ਚ ਆਖਿਆ, ਸਾਲੇ ਦੇਗ ਲੈਣ ਵਾਲੀ 2 ਹੱਥ ਅੱਡ ਲੈਣਗੇ, ਪਰ 4 ਪੈਸੇ ਮੱਥਾ ਟੇਕਣ ਵਾਲੀ ਸੂਲ ਚੁੱਭ ਜਾਂਦੀ ਐ ਇਹਨਾਂ ਦੇ। ਘਰਾਂ ਨੂੰ ਸਰਫੇ ਕਰਦੇ ਆ ਛੋਰੇ ਦੇਣੇ, ਥੁੱਕਦੇ ਭਾਰ ਨਾਲ ਕਦੇ ਬੇੜੀ ਡੁੱਬੀ ਆ ਭਲਾ। ਸਾਰੇ ਬੰਦੇ ਬੁੜੀਆਂ ਆਪੋ ਆਪਦੀ ਥਾਂ ਤੇ ਹੱਥ ਲਮਕਾ ਕੇ ਖਲੋ ਗਏ। ਕੋਈ ਜਣਾ ਬਾਣੀ ਦੀਆਂ ਸਤਰਾਂ ਵੀ ਨਾਲ ਨਾਲ ਗਾਈ ਜਾਵੇ। ਮੋਦਨ, ਜੋ ਬੰਤੇ ਧੂਸ ਦੇ ਸਾਰੇ ਨਾਲ ਆਇਆ ਸੀ ਭੋਗ ਤੇ, ਉਹਦੀ ਇੱਕ ਅੱਖ ਬਾਹਰ ਪਏ ਹੋਏ ਵੂਟਾਂ ਵੱਲ, ਕਿਤੇ ਕੋਈ ਚੱਕ ਕੇ ਹੀ ਨਾ ਲੈ ਜੇ ਜਾਂ ਫਿਰ ਗਲਤੀ ਨਾਲ ਪੈਰਾਂ 'ਚ ਨਾ ਪਾ ਕੇ ਲੈ ਜਾਵੇ। ਜਦੋਂ ਵੀ ਕੋਈ ਜਣਾ ਪੰਡਾਲ 'ਚੋਂ ਉੱਠ ਕੇ ਬਾਹਰ ਜਾਂਦਾ ਤਾਂ ਉਹਦੀ ਨਜ਼ਰ ਵੀ ਉਹਦੇ ਨਾਲ ਨਾਲ ਹੀ ਜਾਂਦੀ ਤੇ ਧਿਆਨ ਰੱਖਦੀ ਵੀ ਮੇਰੇ ਬੂਟ ਤਾਂ ਨਹੀਂ ਕਿਤੇ ਪਾ ਕੇ ਲਈ ਜਾਂਦਾ, ਉਵੇਂ ਹੀ ਪਏ ਆ ਨਾ ਬੂਟ। ਮੋਦਨ ਦੇ ਮੂੰਹ ਤੇ ਡੂੰਘੀ ਚਿੰਤਾ ਵੇਖ ਕੇ ਕੋਲ ਬੈਠੇ ਇੱਕ ਬੰਦੇ ਨੇ ਆਖਿਆ, ਬਾਲਾ ਮਾੜਾ ਹੋਇਆ ਭਾਈ, ਆ ਉਮਰ ਸੀ ਕੋਈ ਇਹਦੀ ਜਾਣਦੀ ਹੈ, ਉਹਦੇ ਹਾਣੀ ਤਾਂ ਜੇ ਪੂਰੇ ਹੀ ਬੈਠੇ ਐ, ਉਹਦੇ ਤੋਂ ਵੱਡੇ ਵੱਡੇ। ਹਾਂ ਜੀ ਬਿਲਕੁਲ ਐ। ਮੋਦਨ ਹੌਂਕਾ ਖਿੱਚ ਗਿਆ ਜਦੋਂ ਉਹਨੂੰ ਆਪਣੇ ਪਏ ਹੋਏ ਬੂਟ ਵਿਖਾਈ ਨਾ ਦਿੱਤੇ, ਜੋ ਇਸ ਤਰੀਕੇ ਨਾਲ ਲਾ ਕੇ ਆਇਆ ਸੀ ਕਿ ਪੰਡਾਲ 'ਚ ਬੈਠੇ ਨੂੰ ਸਾਫ਼-ਸਾਫ਼ ਦਿਖਾਈ ਦੇਣ। ਪੂਰੇ 8000 ਦੇ ਸੀ। ਗੁੱਸੇ ਤੇ ਦੁੱਖ ਨਾਲ ਉਹਦਾ ਗੱਚ ਭਰ ਗਿਆ। ਸਾਲਾ ਮੇਰਾ ਲਾ ਗਿਆ ਕੋਈ ਟਾਂਚ ਕੇ, ਉਹਦੀ ਭੈਣ ਦੀ ਮੈਂ। ਉਹ ਛੇਤੀ ਨਾਲ ਹੱਥੀਂ ਚੋਰ ਫੜਨ ਲਈ ਬਾਹਰ ਆ ਗਿਆ ਤੇ ਪਰੇ ਕਰਕੇ ਧਰੇ ਬੂਟ ਵੇਖ ਕੇ ਚਿੱਤ ਨੂੰ ਟਿਕਾਣੇ ਸਿਰ ਕਰ ਗਿਆ ਤੇ ਆਪ ਹੱਥੀਂ ਬੂਟ ਚੱਕ ਕੇ ਅੱਖਾਂ ਦੀ ਸੇਧ ਅੱਗੇ ਧਰ ਲਏ ਤੇ ਫੇਰ ਉੱਥੇ ਹੀ ਖੜ ਕੇ ਹੱਥ ਬੰਨ੍ਹ ਲਏ। ਉਹਨਾਂ ਦੀਆਂ ਗੱਲਾਂ ਸੁਣ ਕੇ ਕੋਲ ਖੜਾ ਬਾਬਾ ਕੇਸਰ ਬੋਲਿਆ ਖਿਝ ਕੇ, ਨਾ ਜਿਹੜੇ ਬੰਤੇ ਨਾਲੋਂ ਵੱਡੀ ਉਮਰ ਦੇ ਬੈਠੇ ਐ, ਉਹਨਾਂ ਨੂੰ ਘਰੋਂ ਰੱਸਾ ਲਿਆ ਕੇ ਫਾਹਾ ਦੇ ਦੋ ਫਿਰ, ਹੋਰ ਕੀ ਐ। ਸਾਲੀ ਦੁਨੀਆ ਜਿਉਣ ਹੀ ਨਹੀਂ ਦਿੰਦੀ। ਤੱਤੀ ਸ਼ਰਾਬ ਨਾ ਪੀਂਦਾ, ਤਿੜੇ ਨੇ ਪੀ ਲਈ। ਬਾਬਾ ਚੱਲ ਜੋ ਭਾਣਾ ਵਰਤ ਗਿਆ। ਕਾਹਦਾ ਭਾਣਾ, ਭਾਵੇਂ ਤੱਤੀ ਦਾਰੂ ਪੀ ਕੇ ਮਰਿਆ, ਨਿਰਾ ਮੌਤ ਤਾਂ ਹੁੰਦੀ ਐ, ਭਲਾਂ ਦੀ ਤੂੰ ਪੀ ਕੇ ਵੇਖ ਲੈ, ਫੇਰ ਭਾਣਾ ਕਾਹਦਾ। ਵੱਡੇ ਨਗੌਰੀ ਦੇ ਚੋਪੜੇ ਗਏ ਨਾ ਸਿੰਘ, ਕੁਛ ਦੋਸ਼ ਤਾਂ ਸਾਡੇ ਆਪਦੇ ਵੀ ਹੁੰਦੇ ਐ, ਸਾਰੇ ਰੱਬ ਦੇ ਭਾਣੇ ਤਾਂ ਨਹੀਂ ਹੁੰਦੇ। ਬਾਬਾ ਕੇਸਰ ਅੱਗੇ ਨਾਲੋਂ ਹੋਰ ਤੱਤਾ ਹੋ ਗਿਆ ਤੇ ਕੰਨ ਖਿੱਚ ਕੇ ਬੋਲਿਆ, ਮੈਂ ਆਪਦੇ ਕੰਨੀ ਸੁਣਿਆ ਬਈ ਬੰਤੇ ਨਾਲੋਂ ਵੱਡੀ ਉਮਰ ਦੇ ਬੰਦੇ ਬੈਠੇ ਆ। ਮਰਨਾ ਹੀ ਸੀ, ਹੋਰ ਘਰੇ ਬੈਠਾ ਸ਼ਹੀਦ ਕਿਵੇਂ ਹੋ ਜਾਂਦਾ ਹੈ। ਮਾਰਦੇ ਆ ਗੱਲਾਂ। ਉਹ ਨਹੀਂ ਫੇਰ ਅੱਗੇ ਕੁਛ ਬੋਲਿਆ ਜੀ, ਕਿਤੇ ਗੱਲ ਹੋਰ ਦੀ ਹੋਰ ਹੀ ਨਾ ਬਣ ਜੇ। ਫੇਰ 2 ਪੈਰ ਅੱਗੇ ਤੁਰ ਕੇ ਖੜੇ ਬੰਦਿਆਂ 'ਚ ਖੜੋ ਗਿਆ। ਜੀਤ ਨੇ ਪੈਰ ਦੇ ਅੰਗੂਠੇ ਵੱਲ ਦੇਖਿਆ ਜੋ ਉੱਚੜ ਗਿਆ ਸੀ ਤੇ ਫੇਰ ਉਹਨੂੰ ਆਪਣੇ ਪੁੱਤਰ ਦਾ ਖਿਆਲ ਆ ਗਿਆ, ਜੋ ਕਈ ਦਿਨ ਤੋਂ ਸਕੂਲ ਜਾਣ ਲਈ ਨਵੇਂ ਬੂਟ ਲੈਣ ਦੀ ਅੜੀ ਕਰ ਰਿਹਾ ਸੀ, ਪਰ ਉਹਦੇ ਕੋਲ ਇੰਨੇ ਪੈਸੇ ਨਹੀਂ ਸੀ ਨਾ ਕਿ ਛੇਤੀ ਨਾਲ ਦਵਾ ਸਕੇ। ਬਾਪੂ, ਜੁੱਤੀ ਪਾ ਕੇ ਗਏ ਨੂੰ ਨਾ ਮੁੰਡੇ ਝੇਡਾਂ ਕਰਦੇ ਆ, ਨਾਲੇ ਭੈਣ ਜੀ ਵੀ ਕੁੱਟਦੀ ਐ। ਕੱਲ ਮੇਰਾ ਬਸਤਾ ਚੁਕਾ ਕੇ ਘਰ ਨੂੰ ਤੋਰਤਾ ਸੀਗਾ। ਪੁੱਤ ਨੇ ਕੋਰੀ ਗੱਲ ਆਖ ਦਿੱਤੀ ਤੇ ਜ਼ਿੱਦ ਕਰਕੇ ਮੰਜੇ ਤੇ ਬੈਠ ਗਿਆ। ਜੀਤ ਨੇ ਪੈਰਾਂ 'ਚ ਜੁੱਤੀ ਲਾ ਕੇ ਉਹਦੇ ਵੱਲ ਚਲਾਵੀਂ ਮਾਰੀ। ਆ ਪਾ ਕੇ ਤੁਰ ਜਾ ਭਲੀ ਭਾਂਤ, ਨਹੀਂ ਤਾਂ ਚੱਲ ਮੇਰੇ ਨਾਲ ਖੇਤਾਂ ਨੂੰ ਚੱਲ। ਚੌਰਿਆ, ਸਾਰੀ ਉਮਰ ਗਾਲਤੀ ਮੈਂ ਜੁੱਤੀ ਪਾ ਕੇ, ਕਿਸੇ ਨੇ ਮੈਨੂੰ ਤਾਂ ਗਾਲ ਨਹੀਂ ਕੱਢੀ। ਬਾਈ ਜੀ ਆਖ ਕੇ ਹੀ ਬੁਲਾਇਆ ਹਰੇਕ ਨੇ। ਖੌਰੇ ਕਿਹੜੀ ਪੜ੍ਹਾਈ ਐ ਸੋਡੀ ਜਿਹੜੀ ਬੂਟ ਪਾਏ ਬਿਨਾਂ ਨਹੀਂ ਹੁੰਦੀ। ਜੇ ਕੋਈ ਕਾਇਦਾ ਰਹਿ ਗਿਆ ਤਾਂ ਬੋਲ, ਥੁੱਕ ਮੇਰੇ ਮੂੰਹ ਤੇ, ਪਰ ਟੌਰ ਵਾਲਾ ਖੂਹ ਨਹੀਂ ਪੂਰਿਆ ਜਾਣਾ ਮੇਰੇ ਤੋਂ। ਮੇਰੇ ਹੱਥ ਖੜੇ ਐ। ਬਾਪੂ ਮੈਨੂੰ ਨਹੀਂ ਗਾ ਪਤਾ, ਮੇਰੇ ਨਾਲ ਦੇ ਆੜੀ ਬੋਰੀ ਤੇ ਨਹੀਂ ਬਿਹਾਉਂਦੇ ਮੈਨੂੰ। ਪੁੱਤ ਨੇ ਫੇਰ ਨੀਵੀਂ ਪਾ ਕੇ ਗੱਲ ਆਖੀ ਤੇ ਪਰੇ ਜੇ ਹੋ ਕੇ ਖੜ ਗਿਆ। ਮਾਰ ਕੇ ਸਲੇਟ ਪਾ ਦੇ ਬਾਲੇ ਹੋ ਜੇ ਦੇ। ਜੇ ਅੱਜ ਬੱਲੀ ਬੋਰੀ ਤੇ ਨਹੀਂ ਬਹਿੰਦੇ ਨਾ, ਤੈਨੂੰ ਬਿਠਾਉਂਦੇ ਨਹੀਂ ਨਾਲ ਤੇ ਫੇਰ ਕੱਲ ਇਸ ਪਿੰਡ 'ਚ ਵੀ ਨਹੀਂ ਰਹਿਣ ਦੇਣਾ। ਜਾ ਕੇ ਸਿਵੇ 'ਚ ਬਹਿ ਜਾ। ਜਿੱਦੇ ਕਿਸੇ ਨੂੰ ਕੋਈ ਫੂਕਣ ਆਇਆ ਨਾ, ਵਿੱਚੇ ਛਾਲ ਮਾਰ ਜੀ, ਸਾਲਾ ਕਤੀੜ ਨਾ ਹੋਵੇ ਤਾਂ। ਜੀਤ ਨੇ ਛੰਨਾ ਚੱਕ ਕੇ ਕੰਧ ਦੇ ਨਾਲ ਮਾਰ ਕੇ ਚਿੱਬ ਪਾਤਾ। ਜਿਹੜੇ ਤੇਰੇ ਨਵੇਂ ਬੂਟ ਵੇਖ ਕੇ ਤੇਰੇ ਬੇਲੀ ਬਣੇ ਨਾ,
ਜਿੱਦੇ ਆ ਬੂਟ ਟੁੱਟ ਗਏ ਉਹਦੇ ਤੇਰੇ ਨਾਲ ਆੜੀ ਵੀ ਤੋੜ ਦੇਣਗੇ। ਉਹ ਕੀ ਥੁੜਿਆ ਪਿਆ ਇਹੋ ਜਿਹੇ। ਪਰ ਜੀਤ ਦੇ ਦਿਲ 'ਚ ਵੀ ਹੇਰਵੇ ਦੀ ਛੁਰੀ ਫਿਰ ਗਈ ਕਿ ਆਪਣੇ ਪੁੱਤ ਦਾ ਬੂਟਾਂ ਵਾਲਾ ਚਾਅ ਵੀ ਨਹੀਂ ਪੂਰਾ ਕਰ ਸਕਿਆ ਉਹ। ਹੁਣ ਉਹ ਬੰਤੇਤੂ ਉਸਦੀ ਅਰਦਾਸ 'ਚ ਸੋਚਾਂ ਦੀ ਕਿਸੇ ਸਲੀਬ ਤੇ ਚੜਿਆ ਖੜਾ ਸੀ। ਜੀਤ ਨੇ ਹੱਥ ਜੋੜ ਕੇ ਧਰਤੀ ਨੂੰ ਛੁਆਏ ਤੇ ਖੜੇ ਬੰਦਿਆਂ ਦੇ ਵਿੱਚੋਂ ਦੀ ਅੱਖ ਬਚਾ ਕੇ ਪੰਡਾਲ ਤੋਂ ਬਾਹਰ ਆ ਗਿਆ। ਸਾਰੇ ਲੋਕਾਂ ਦੀ ਉਹਦੇ ਵੱਲ ਪਿੱਠ ਸੀ। ਉਹਨੇ ਉੱਡਵੇਂ ਚਾਦਰੇ ਦੇ ਲੜ ਖੋਲ੍ਹ ਕੇ ਐਨ ਨੀਵੇਂ ਕਰਕੇ ਚਾਦਰੇ ਨੂੰ ਧੂੰਆਂ ਬੰਨ੍ਹ ਲਿਆ ਤੇ ਪਏ ਹੋਏ ਜੋੜਿਆਂ ਵੱਲ ਨਿਗਾਹ ਮਾਰੀ ਤਾਂ ਚਿੱਟੇ ਬੂਟਾਂ ਤੇ ਉਹਦੀ ਅੱਖ ਖੜ ਗਈ ਜੋ ਉਹਨੂੰ ਆਪਣੇ ਪੁੱਤਰ ਦੇ ਐਨ ਮੇਚਦੇ ਲੱਗੇ। ਫਿਰ ਬੋਚ ਕੇ ਆਪਣੇ ਇੱਕ ਪੈਰ 'ਚ ਇੱਕ ਬੂਟ ਪਾ ਲਿਆ। ਦਿਲ ਜ਼ੋਰ ਨਾਲ ਧੜਕ ਕੇ ਬਾਹਰ ਆਉਣ ਨੂੰ ਕਰਿਆ। ਜੇ ਬੂਟ ਚੁੱਕਦਾ ਫੜਿਆ ਗਿਆ ਤਾਂ ਸੀਨੇ 'ਚੋਂ ਪਾਪ ਦਾ ਝੌਰਾ ਫੁਰਿਆ ਤਾਂ ਦਿਲ ਕੀਤਾ ਕਿ ਉਹ ਬੂਟ ਨਾ ਚੱਕ ਕੇ ਲੈ ਕੇ ਜਾਵੇ। ਪਰ ਫੇਰ ਕਿਸੇ ਖੂੰਜੇ 'ਚੋਂ ਦੇਵ ਪੰਡਤ ਦੀ ਗੱਲ ਯਾਦ ਆਈ। ਚੋਰੀ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੈ ਨਾ ਕੋਏ। ਹੁਣ ਪਾਪ ਕਰ ਭਾਵੇਂ ਨਾ ਕਰ, ਇਹ ਤਾਂ ਰਹੀ ਬਾਅਦ ਦੀ ਗੱਲ। ਜਦੋਂ ਚੋਰੀ ਕਰਨ ਦਾ ਖਿਆਲ ਚਿੱਤ 'ਚ ਆ ਹੀ ਗਿਆ ਉਦੋਂ ਹੀ ਬਿਧ ਮਾਤਾ ਨੇ ਤਾਂ ਪਾਪ ਕਰਮਾਂ 'ਚ ਲਿਖਤਾ ਬਈ। ਤੇ ਜੇ ਬਿਧ ਮਾਤਾ ਨੇ ਪਾਪ ਖਾਤੇ 'ਚ ਲਿਖ ਹੀ ਦਿੱਤਾ ਹੈ ਫਿਰ ਡਰ ਕਾਹਦਾ। ਫਲ ਤਾਂ ਭੋਗਣਾ ਹੀ ਪੈਣਾ, ਕੁਛ ਕਰਕੇ ਸਹੀ ਜਾਂ ਨਾ ਕੀਤੇ ਸਹੀ। ਐਸ ਵਾਰ ਬਾਬੇ ਬੁੱਢੇ ਦੇ ਨਹਾਵਾਂਗੇ, ਹੋਰ ਕੀ ਹੈ ਯਾਰ। ਜੀਤ ਨੇ ਚਿੱਤ 'ਚ ਸਾਰੇ ਹਿਸਾਬ ਕਿਤਾਬ ਜੇ ਲਾਏ ਤਾਂ ਕਾਫੀ ਹੱਦ ਤੱਕ ਦਲੇਰੀ ਫੜ ਗਿਆ। ਜਦੋਂ ਹੀ ਜੀਤ ਨੇ ਜੇਰਾ ਕਰਕੇ ਦੂਜਾ ਬੂਟ ਵੀ ਪੈਰ 'ਚ ਜਚਾ ਲਿਆ ਤਾਂ ਸਾਰਾ ਪੰਡਾਲ ਗੂੰਜ ਉੱਠਿਆ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਹ ਵੀ ਕੰਬਦੇ ਹੱਥਾਂ ਨਾਲ ਫਤਿਹ ਗਜਾ ਕੇ ਪਰਛਾਵੇਂ ਦੀ ਹਿੱਕ ਨੂੰ ਪੈਰਾਂ 'ਚ ਪਾਏ ਭੀੜੇ ਬੂਟਾਂ ਨਾਲ ਮਿੱਧਦਾ ਹੋਇਆ ਆਪਣੇ ਘਰ ਵੱਲ ਨੂੰ ਤੁਰ ਪਿਆ। ਇਸ ਪੂਰੀ ਕਿਤਾਬ ਦਾ ਆਨੰਦ ਮਾਣਨ ਲਈ ਅੱਜ ਹੀ ਡਾਊਨਲੋਡ ਕਰੋ ਵਿਰਾਸਤ ਮੋਬਾਈਲ ਐਪਲੀਕੇਸ਼ਨ।